8 साल से स्पाइनल इंजरी है। मैं 8 साल से स्पाइनल इंजरी का पेशेंट हूँ और छत पे तीसरा मंजिल पे जब काम करने के लिए गया था तो वहाँ से गिर गया था। ਜਾਂ ਸਰਕਾਰਾਂ ਇੰਨੀਆਂ ਸੁਥਰੀਆਂ ਹੋਣ ਫਿਰ ਤਾਂ ਸਾਡੇ ਸਰਵਿਸਮੈਂਟ ਹੀ ਬੰਦ ਹੋ ਜਾਏ ਫਿਰ ਤਾਂ ਲੋੜ। अच्छा ऊपर लेकर जाओ, माँ को ऊपर लेकर जाओ, जाएगी। लेके जाओ, जा रही है। वेरी गुड। होल्ड करके रखो, मेरा हाथ दबाओ यहाँ पे, दबाओ और जोर से दबाओ। ऐसे भी तो घर पे मर ही रहे थे अभी हम, तो यहाँ के क्यों ना एक नया जीवन हमें मिलेगा। ਮਰਨ ਦੀਆਂ ਆ ਰਹੇ ਸੀਗੇ ਵੀ ਹਾਂ ਮਰ ਜਾਣਾ ਹੈ, ਹੋ ਜਾਣਾ ਹੈ। ਤਾਂ ਇੱਥੇ ਆਇਆ ਤਾਂ ਜ਼ਿੰਦਗੀ ਜਿਉਣ ਦਾ ਮਤਲਬ ਅਲੱਗ ਹੀ ਨਜ਼ਰੀਆ ਹੋ ਗਿਆ। ਦੋਸਤੋ, ਵੱਖ-ਵੱਖ ਸੜਕ ਹਾਦਸਿਆਂ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਨਾਲ ਆਪਣੇ ਸਰੀਰ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਬੇਸਹਾਰਾ ਹੋ ਚੁੱਕੇ ਮਰੀਜ਼ ਹੈ, ਜਿਹੜੇ ਨੌਜਵਾਨ ਹੋਣ ਭਾਵੇਂ ਉਹ ਬਜ਼ੁਰਗ ਹੋਣ, ਉਹਨਾਂ ਦੀ ਜਦੋਂ ਆਸ ਦੀ ਕਿਰਨ ਟੁੱਟ ਜਾਂਦੀ ਹੈ ਔਰ ਭਾਵੇਂ ਉਹਨਾਂ ਨੂੰ ਕੁਛ ਉਹਨਾਂ ਦੇ ਇਲਾਕਿਆਂ ਵਿੱਚੋਂ ਲੱਖਾਂ ਰੁਪਇਆ ਵੀ ਦਾਨ ਦੇ ਤੌਰ ਤੇ ਇਕੱਠਾ ਹੋ ਜਾਂਦਾ, ਪਰ ਦੇਖਣ ਵਿੱਚ ਆਉਂਦਾ ਕਿ ਉਹ ਜਿਹੜੇ ਮਰੀਜ਼ ਨੇ ਉਹਨਾਂ ਦਾ ਜਿਹੜਾ ਪੈਸਾ ਦਾਨ ਦੇ ਰੂਪ 'ਚ ਵੀ ਇਕੱਠਾ ਹੋਇਆ ਉਹਨਾਂ ਦੇ ਕੋਲ, ਉਹ ਹਸਪਤਾਲਾਂ ਦੀ ਪ੍ਰਾਈਵੇਟ ਜਾਂ ਹੋਰ ਹਸਪਤਾਲਾਂ ਦੀ ਦਵਾਈਆਂ ਦੀ ਭੇਟ ਚੜ੍ਹ ਕੇ ਰਹਿ ਜਾਂਦਾ। ਪਰ ਉਹਨਾਂ ਦੀ ਜਿਹੜੀ ਠੀਕ ਹੋਣ ਦੀ ਪਰਸੈਂਟੇਜ ਜਾਂ ਪ੍ਰਤੀਸ਼ਤਤਾ ਉਹ ਬਹੁਤੀ ਨਹੀਂ ਹੁੰਦੀ ਔਰ ਹਸਪਤਾਲਾਂ ਦੇ ਵਿੱਚੋਂ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਕਿ ਇਹ ਮਰੀਜ਼ ਹੁਣ ਠੀਕ ਨਹੀਂ ਹੋ ਸਕਦਾ, ਇਹਦੀ ਘਰ ਰੱਖ ਕੇ ਸੇਵਾ ਕਰੋ। ਇਹੋ ਜਿਹੇ ਮਰੀਜ਼ਾਂ ਨੂੰ ਸੰਭਾਲਣ ਦੇ ਵਾਸਤੇ ਮੋਹਾਲੀ ਦੇ ਪਿੰਡ ਪੈਂਤਪੁਰ ਔਰ ਰਤਵਾੜਾ ਦੇ ਵਿੱਚ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਦੋ ਜਿਹੜੇ ਆਸ਼ਰਮ ਚਲਾਏ ਜਾ ਰਹੇ, ਛੋਟੇ ਛੋਟੇ ਇੱਕ ਘਰਾਂ ਦੇ ਵਿੱਚ ਚਲਾਏ ਜਾ ਰਹੇ ਔਰ ਇਹਨਾਂ ਘਰਾਂ ਦੇ ਵਿੱਚ ਰੱਖ ਕੇ ਮਰੀਜ਼ਾਂ ਨੂੰ ਜਿਹੜਾ ਠੀਕ ਕੀਤਾ ਜਾਂਦਾ, ਉਹਨਾਂ ਨੂੰ ਇੱਕ ਨਵੀਂ ਆਸ ਦੀ ਕਿਰਨ ਜਾਗਦੀ ਹੈ ਕਿ ਵੀ ਹਾਂ ਸ਼ਾਇਦ ਹੁਣ ਅਸੀਂ ਠੀਕ ਜ਼ਰੂਰ ਹੋ ਜਾਵਾਂਗੇ। ਔਰ ਅਸੀਂ ਅੱਜ ਤੁਹਾਨੂੰ ਇੱਥੇ ਮੋਹਾਲੀ ਦੇ ਜਿਹੜੇ ਪਿੰਡ ਪੈਂਤਪੁਰ ਔਰ ਰਤਵਾੜਾ ਪਿੰਡ ਦੇ ਵਿੱਚ ਦੋ ਆਸ਼ਰਮ ਜਿਹੜੇ ਚੱਲ ਰਹੇ ਆ, ਇਹਨਾਂ ਦੇ ਵਿੱਚ ਤੁਹਾਨੂੰ ਘੁੰਮ ਕੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਮਰੀਜ਼ ਇੱਥੇ ਕਿਹੜੀ ਹਾਲਤ ਵਿੱਚ ਆਏ ਤੇ ਇਸ ਵੇਲੇ ਉਹ ਕਿਹੜੀ ਹਾਲਤ ਵਿੱਚ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਉਮੀਦ ਜਿਹੜੀ ਆ ਜਾਗੀ ਹੈ ਠੀਕ ਹੋਣ ਦੀ ਕਿ ਹੁਣ ਸ਼ਾਇਦ ਬਿਲਕੁਲ ਠੀਕ ਹੋ ਕੇ ਹੀ ਘਰ ਜਾਵਾਂਗੇ। ਇੱਥੇ ਜਿਹੜੇ ਮਾਨਵਤਾ ਦੀ ਸੇਵਾ, ਰੱਬ ਦੀ ਸੇਵਾ ਸੰਸਥਾ ਵੱਲੋਂ ਇਹ ਜਿਹੜੇ ਆਸ਼ਰਮ ਚਲਾਏ ਜਾ ਰਹੇ ਆ, ਉਹਦੇ ਜਿਹੜੇ ਮੁੱਖ ਸੇਵਾਦਾਰ ਸਵਰਨਜੀਤ ਸਿੰਘ ਨਾਲ ਤੁਹਾਡੀ ਅਸੀਂ ਗੱਲ ਕਰਾਵਾਂਗੇ। ਉਹ ਖੁੱਲ੍ਹ ਕੇ ਦੱਸਣਗੇ ਕਿ ਉਹ ਕਿਸ ਤਰ੍ਹਾਂ ਇਹਨੂੰ ਸੇਵਾ ਨੂੰ ਚਲਾ ਰਹੇ ਆ। ਉਹਨਾਂ ਨੇ ਸਵਰਨਜੀਤ ਸਿੰਘ ਦਾ ਕਹਿਣਾ ਕਿ ਉਹਨਾਂ ਨੇ ਕਰੋਨਾ ਦੌਰ ਦੇ ਵਿੱਚ ਵੀ ਜਿਹੜੇ ਆ ਕਾਫੀ ਦਵਾਈਆਂ, ਆਕਸੀਮੀਟਰ ਵੀ ਜਿਹੜੇ ਫ੍ਰੀ ਵੰਡੇ, ਪੂਰੇ ਇੱਧਰ ਉੱਧਰ ਕਈ ਥਾਵਾਂ ਤੇ ਵੰਡਦੇ ਰਹੇ ਔਰ ਇੱਥੇ ਵੀ ਦੋਵੇਂ ਆਸ਼ਰਮਾਂ ਦੇ ਵਿੱਚ ਵੀ ਉਹ ਇੱਕ ਬੜੀ ਮਨੁੱਖਤਾ ਦੀ ਜਿਹੜੀ ਸੇਵਾ ਉਹ ਚਲਾ ਰਹੇ ਆ। ਇਹੋ ਜਿਹੇ ਮਰੀਜ਼ ਜਿਨ੍ਹਾਂ ਨੂੰ ਆਮ ਘਰਾਂ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਰੱਖਣੋਂ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਨਫ਼ਰਤ ਕਰਨ ਲੱਗ ਜਾਂਦੇ ਆ, ਉਹ ਮਰੀਜ਼ ਇਹਨਾਂ ਦੋਵੇਂ ਆਸ਼ਰਮਾਂ ਦੇ ਵਿੱਚ ਇੱਥੇ ਆ ਕੇ ਰਾਹਤ ਮਹਿਸੂਸ ਕਰਦੇ ਆ। ਅਸੀਂ ਆਸ਼ਰਮ ਦੇ ਅੰਦਰ ਜਾ ਕੇ ਤੁਹਾਡੀ ਇੱਕ ਇੱਕ ਮਰੀਜ਼ ਨਾਲ ਜਿਹੜੀ ਗੱਲ ਕਰਾਵਾਂਗੇ, ਉਹਨਾਂ ਦੇ ਜਵਾਨੀ ਸੁਣਾਵਾਂਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਉਹ ਸੜਕ ਹਾਦਸਿਆਂ ਦਾ ਜਾਂ ਕਿਸੇ ਵੀ ਹੋਰ ਬਿਜਲੀ ਦਾ ਕਰੰਟ ਲੱਗਣ ਕਰਕੇ ਜਾਂ ਹੋਰ ਇਹੋ ਜਿਹੇ ਕਈ ਹਾਦਸਿਆਂ ਦੇ ਕਰਕੇ ਉਹ ਜਿਹੜੇ ਆ ਸਪਾਈਨਲ ਕੋਰਡ ਇੰਜਰੀ ਹੋਈ ਔਰ ਉੱਠਣ ਬੈਠਣ ਤੋਂ ਵੀ ਜਿਹੜੇ ਉਹ ਮਤਲਬ ਆਵਾਜ਼ਾਰ ਹੋ ਗਏ ਔਰ ਉਹਨਾਂ ਦੇ ਕਈ ਸਾਲ ਬੈੱਡਾਂ 'ਤੇ ਪਏ ਰਹਿਣ ਕਰਕੇ ਜਿਹੜੇ ਸਰੀਰ ਦੇ ਉੱਪਰ ਬੈੱਡ ਸੋਰ ਤੱਕ ਹੋ ਗਏ ਔਰ ਪਰਿਵਾਰ ਨੇ ਸੰਭਾਲਣਾ ਵੀ ਉਹਨਾਂ ਨੂੰ ਬੜਾ ਮੁਸ਼ਕਿਲ ਸਮਝਿਆ, ਬੋਝ ਲੱਗਣ ਲੱਗ ਗਏ। ਫਿਰ ਉਹ
ਇੱਥੇ ਜਿਹੜੇ ਬਾਈ ਚਾਂਸ ਉਹਨਾਂ ਨੂੰ ਆਸ਼ਰਮ ਦਾ ਪਤਾ ਲੱਗਿਆ ਇਹਨਾਂ ਦਾ, ਤੇ ਇੱਥੇ ਆ ਕੇ ਉਹ ਕਿਸ ਤਰ੍ਹਾਂ ਉਹਨਾਂ ਦੀ ਦੇਖਭਾਲ ਹੋ ਰਹੀ ਹੈ, ਫ੍ਰੀ ਦੇਖਭਾਲ ਹੋ ਰਹੀ ਹੈ। ਕੋਈ 1 ਰੁਪਇਆ ਕਿਸੇ ਤੋਂ ਸੇਵਾ ਦੇ ਨਾਂ 'ਤੇ ਨਹੀਂ ਲਿਆ ਜਾਂਦਾ, ਕੋਈ ਰੋਟੀ ਦਾ ਖਰਚ ਨਹੀਂ ਹੈ, ਕੋਈ ਦਵਾਈ ਦਾ ਖਰਚ ਨਹੀਂ, ਨਾ ਕੋਈ ਬੈੱਡ ਦਾ ਖਰਚ, ਸਿਰਫ ਔਰ ਸਿਰਫ ਇੱਕ ਸੇਵਾ ਦੇ ਨਾਂ 'ਤੇ ਇੱਥੇ ਜਿਹੜਾ ਸਿਸਟਮ ਚੱਲਦਾ। ਅਸੀਂ ਤੁਹਾਡੀ ਸਾਰਿਆਂ ਮਰੀਜ਼ਾਂ ਨਾਲ ਤੇ ਇੱਥੋਂ ਦੇ ਮੁੱਖ ਸੇਵਾਦਾਰ ਸਵਰਨਜੀਤ ਸਿੰਘ ਨਾਲ ਵੀ ਗੱਲ ਕਰਾਵਾਂਗੇ। ਨਾਮ आपका शुभ नाम क्या है? सत श्रीकाल भैया जी, नमस्ते। मैं पिंटू राम साहू छत्तीसगढ़ से जी। मुझे 8 साल से स्पाइनल इंजरी है। मैं 8 साल से स्पाइनल इंजरी का पेशेंट हूँ और छत पे तीसरा मंजिल पे जब काम करने के लिए गया था तो वहाँ से गिर गया था मैं। 11,000 वाट का करंट भी लगा था मेरे को। तो उस समय स्पाइनल इंजरी क्या होता है किसी को कुछ भी चीज़ पता नहीं था। तो घर पे ही रहा मैं, 6 साल कंटिन्यू एक ही कोने पे रहा। क्या होता है स्पाइनल इंजरी, रीढ़ की हड्डी टूट जाने, ना मैं बाहर वालों को ढंग से बता नहीं सकता था, मुझे कुछ भी पता नहीं था। बहुत डिप्रेशन इस कारण से मेरा जख्म भी हो गए थे, बहुत सामना करना पड़ा लोगों के बातों का भी। फिर मेरे पास किसी तरह से सोशल मीडिया, मेरे हाथ में मोबाइल आया, मोबाइल के थ्रू से मेरे को यहाँ के बारे में पता चला। फिर यहाँ आया, यहाँ आने के बाद इतना अच्छा इलाज मिला कि मैं फिर से अपना यानी 6 साल बाद अपने घर से बाहर निकला। फिर यहाँ आके फिर से मेरा एक नया जीवन मेरे को मिला। मैं फिर अपने से बाहर जा सकता हूँ, अपने से सारे काम कर सकता हूँ, है ना। और अभी एक्सरसाइज भी अच्छे से करा रहे हैं यहाँ पे। और बेड़सोर के साथ साथ सरमंटी सरोगार सेंटर बहुत सारे सुविधाएं दे रहे हैं हमें। तो यहाँ कैसे आए फिर? आप अपने आप आए या घर वाले छोड़ कर गए? नहीं भैया जी, मैं बोलूँ तो घर वालों को सिर्फ मैं जानकारी बताया कि यहाँ पे ये चीज़ होते हैं। यहाँ आने के लिए भी मेरे को 6 महीने लग गया, क्योंकि घर में एक डर रहता है ना कि उतना दूर 1400 किलोमीटर करीब है वहाँ से, इतना दूर डर रहता है कि कैसे रहेगा, कैसे हमारे बेटा कोई उसका किडनी ना निकाल ले, ये ना कर ले, ऐसा सभी बातें रहते हैं ना। तो मेरे को तो भैया लोगों से संपर्क था कि पहले से था, और मेरे को यकीन था कि होगा यहाँ कुछ ना कुछ मेरे लिए बना। ऐसे भी तो घर पे मर ही रहे थे भैया हम, तो यहाँ के क्यों ना एक नया जीवन हमें मिलेगा, ऐसा करके। यहाँ पर आप कैसे महसूस कर रहे हैं? यहाँ पे भैया मैं सच बताऊँ तो अपने घर से भी अच्छा महसूस करता हूँ मैं। यहाँ सभी हम अपने हैं, यहाँ सभी माताएं अगर एक को बुलाए तो सभी आ जाते हैं ना, कि मेरे को पानी चाहिए माता, ये चाहिए, सभी आ जाते हैं। भैया भी हमारे छोटे छोटे जो चीज़ें हैं उसकी पूर्ति पहले से ही करके रखते हैं। हमको बुखार लग जाए, कुछ भी लग जाए, पहले से ही हमारे पास आके रहते हो, दवाई है ना बोल देते हैं तो हम दे देते हैं सारी चीज़ें। यहाँ कोई भी चीज़ का खाना पीना, किसी भी चीज़ का कोई कमी नहीं है। और साथ ही साथ हमें और बहुत से चीज़ें सीखने को मिला है। एक्सरसाइज अभी हमारे के लिए एक नया कैलिफर बन के आया है ना। अब हम खड़ा होने का भी प्रयास करेंगे, उसमें भी चलेंगे। तो बहुत बहुत हम आभार है भैया जी। एक उम्मीद है मतलब कि ठीक ठाक खड़े होकर चल पाएंगे? उम्मीद तो अब दोगुनी हो गया भैया हमारा, सच कहे तो। पहले बिल्कुल भी कुछ भी उम्मीद नहीं था कि, है ना। यहाँ आने के बाद हमारा उम्मीद दोगुना हो गया है। और हम यहाँ इस आपके सोशल मीडिया के माध्यम से कहना चाहेंगे कि भारत में जितने भी और कहीं भी हो, यहाँ निडर होके आए और अपना जो भी अपनी समस्याएं, बेड़सोर का समस्या है, एक्सरसाइज की समस्या है, यहाँ पूरा हल इसका किया जाता है। तो आकर इस जगह इस जो सेवा है उसका लाभ उठाए, यही कहना चाहेंगे। अपना शुभ नाम की है भाजी? ਭਾਈ ਹਰਪਾਲ ਸਿੰਘ ਮੇਰਾ ਨਾਮ ਹੈ। ਕਿੱਥੋਂ ਦੇ ਰਹਿਣ ਵਾਲੇ ਹੋ? ਅੰਮ੍ਰਿਤਸਰ ਦਾ ਰਹਿਣ ਵਾਲਾ ਭਾਈ। ਕਿਹੜੇ ਪਿੰਡ ਦੇ? ਪਿੰਡ ਪੁਰਾਣਾ ਤੰਦੇਲ ਮਹਿਤਾ ਰੋਡ ਤੇ। ਅੱਛਾ। ਹਾਂਜੀ। ਕੀ ਪ੍ਰੋਬਲਮ ਆ ਗਈ ਸੀ ਕਿ ਇੱਥੇ ਜਿਹੜਾ ਆਉਣਾ ਪਿਆ, ਕਿਸ ਤਰ੍ਹਾਂ ਆਏ ਇੱਥੇ? ਮੈਨੂੰ ਭਾਈ ਮੈਂ ਮਜ਼ਦੂਰੀ ਕਰ ਰਿਹਾ ਸੀ, ਮੈਨੂੰ 9000 ਵੋਲਟ ਲੱਗਿਆ ਟਰਾਂਸਫਾਰਮ ਤੋਂ। ਅੱਛਾ ਮੇਰਾ ਇੱਥੋਂ ਲੱਗ ਕੇ ਥੱਲੇ ਸਾਰਾ ਖਤਮ ਹੋ ਗਿਆ ਸੀ। ਅੱਛਾ ਮੈਂ ਅੰਮ੍ਰਿਤਸਰ ਹਸਪੀਟਲ 7 ਹਸਪੀਟਲ ਬਦਲ ਦਿੱਤੇ, 5-6 ਲੱਖ ਰੁਪਏ ਲਾਤਾ, ਕੋਈ ਵੀ ਮੂਵਮੈਂਟ ਨਹੀਂ ਆਈ ਸਰੀਰ 'ਚ। ਫਿਰ ਸਾਨੂੰ ਕਿਸੇ ਨੇ ਪੀਜੀਆਈ ਭੇਜਿਆ। ਪੀਜੀਆਈ ਵੀ ਉਹਨਾਂ ਵਿੱਚ 4 ਦਿਨ ਹੀ ਗਏ, ਸਾਨੂੰ ਕਿਸੇ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਉੱਥੇ। ਫਿਰ ਸਾਨੂੰ ਇੱਥੋਂ ਬਾਰੇ ਪਤਾ ਲੱਗਾ, ਸਾਨੂੰ ਫਿਰ ਇੱਥੇ ਕਿਸੇ ਨੇ ਭੇਜ ਦਿੱਤਾ, ਭਾਜੀ ਉਹਨਾਂ ਨਾਲ ਗੱਲ ਹੋਈ, ਇੱਥੇ ਭੇਜਤਾ। ਇਹ ਦੁਨੀਆ ਦਾ ਮੈਂ ਤੇ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਕਿ ਦੁਨੀਆ ਦਾ ਸਵਰਗ ਇੱਥੇ ਹੈ, ਹੋਰ ਕਿਤੇ ਨਹੀਂ ਜੇ ਹੈਗਾ। ਜੋ ਵੀ ਕੁਛ ਇੱਥੇ ਇੰਨੀ ਸੁਵਿਧਾ ਪਰਿਵਾਰ ਨਾਲੋਂ ਵੱਧ ਸੁਵਿਧਾ ਇੱਥੇ ਕੀਤੀ ਜਾਂਦੀ ਹੈ। ਪੀਜੀਆਈ ਦੇ ਵਿੱਚ ਟ੍ਰੀਟਮੈਂਟ ਨਹੀਂ ਹੋਇਆ ਤੁਹਾਡਾ? ਨਹੀਂ ਜੀ, 4 ਦਿਨ ਗਏ ਉੱਥੇ, ਸਾਡਾ ਕੋਈ ਜਿਹੜਾ ਕੋਈ ਪਰਚੀ ਪੁਰਚੀ ਬਣਦੀ ਕੁਛ ਨਹੀਂ ਬਣਾਇਆ ਉਹਨਾਂ ਨੇ ਉੱਥੇ। ਇੱਥੇ ਹੁਣ ਕਿੰਨੀ ਕੁ ਦੇਰ ਤੋਂ ਦਾਖਲ ਹੋ? ਇੱਥੇ ਜੀ 4 ਮਹੀਨੇ ਹੋ ਗਏ ਮੈਨੂੰ। ਅੱਛਾ ਜੀ। ਹੁਣ ਇਹਨਾਂ ਕਿ ਮੈਂ ਖਾਣਾ ਖੁਦ ਖਾਣਾ ਆ, ਕੱਪੜੇ ਆਪ ਪਾਉਣਾ, ਸਭ ਕੁਛ ਬੜੀ ਵਧੀਆ, ਸਰੀਰ ਦੇ ਵਿੱਚ ਪੂਰੀ ਮੂਵਮੈਂਟ ਹੈਗੀ। ਇੱਕ ਹਿੰਮਤ ਆ ਰਹੀ ਹੈ ਇੱਥੇ। ਹਿੰਮਤ
ਇਤਨੀ ਜਾਨ ਹੀ ਦੂਸਰਾ ਜਨਮ ਹੀ ਹੋ ਗਿਆ ਇੱਥੇ ਜੀ। ਹਿੰਮਤ ਵਾਲੀ ਤੇ ਗੱਲ ਹੀ ਕੋਈ ਨਹੀਂ। ਇੱਥੇ ਆਉਣਾ ਦੂਸਰਾ ਜਨਮ ਹੋ ਗਿਆ। ਮੇਰਾ ਕੁਛ ਨਹੀਂ ਸੀ ਹਿਲਦਾ, ਸਾਰਾ ਸਰੀਰ ਕਾ ਬਾਜੂ ਵੇਖ ਲਓ, ਬਾਜੂ ਮੇਰੇ ਨਾਲ ਇੱਥੇ ਕਰੰਟ ਲੱਗਾ ਸੀ, ਇਹ ਵੀ ਹੁਣ ਪੂਰਾ ਕੰਮ ਕਰ ਰਹੀ ਹੈ। ਘਰ ਹੋਰ ਪਰਿਵਾਰ 'ਚ ਕੌਣ-ਕੌਣ ਮੈਂਬਰ ਨੇ ਤੁਹਾਡੇ ਨਾਲ? ਮੇਰਾ ਬੱਚਾ ਹੈ ਜੀ 15-16 ਸਾਲ ਦਾ, ਬੇਟੀ ਹੈ 6 ਸਾਲ ਦੀ। ਤੇ ਫਿਰ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ? ਉਹ ਜੀ ਇੱਕ ਗੁੜੀਆ ਮੇਰੀ ਨਾਨਕੇ ਰਹਿ ਰਹੀ ਹੈ, ਬੇਟਾ ਮਾਸੀ ਕੋਲ ਰਹਿ ਰਿਹਾ। ਇੱਥੇ ਤੁਹਾਡੇ ਕੋਲ ਫਿਰ ਘਰ ਦਾ ਮੈਂਬਰ ਕੋਈ ਰਹਿ ਰਿਹਾ ਕਿਵੇਂ? ਮੇਰੀ ਵਾਈਫ ਕਰ ਰਹੀ ਹੈ ਅੱਛਾ। ਦੇਖਭਾਲ। ਤੇ ਬਾਕੀ ਜਿਹੜਾ ਇੱਥੇ ਪ੍ਰਬੰਧਕ ਨੇ ਇਸ ਆਸ਼ਰਮ ਦੇ ਵਿੱਚ, ਇਹਨਾਂ ਦੀ ਕਿਵੇਂ ਸੇਵਾ ਸੰਭਾਲ ਤੁਹਾਨੂੰ? ਇਹਨਾਂ ਦੀ ਤੇ ਜਿੰਨੀ ਤਾਰੀਫ ਕੀਤੀ ਜਾਵੇ ਸ਼ੁਕਰੀਆ ਦਾ ਨਹੀਂ ਮਨ ਤੋਂ ਕਰ ਹੈ, ਜਿੰਨਾ ਕਿ ਪ੍ਰਮਾਤਮਾ ਦਾ ਦੂਜਾ ਰੂਪ ਹੈ। ਪ੍ਰਮਾਤਮਾ ਦਾ ਇੱਕ ਘਰ ਹੈ। ਹਸਪੀਟਲਾਂ ਦੇ ਵਿੱਚ ਤੇ ਪੈਸੇ ਦੇ ਕੇ ਵੀ ਸੁਵਿਧਾ ਨਹੀਂ ਮਿਲਦੀ। ਇੱਥੇ ਤੇ ਰਾਤ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਤੁਰੰਤ ਸਾਰੇ ਖੜੇ ਹੋ ਜਾਂਦੇ ਆ ਹੈਲਪ ਕਰਨ ਲਈ। ਇੱਥੇ ਤੇ ਬਟ ਇੰਨਾ ਕਿ ਸਵਰਗ ਧਰਤੀ ਤੇ ਸਵਰਗ ਹੈ। ਮੈਂ ਦੁਨੀਆ ਤੇ ਕੋਈ ਨਾਮ ਨਹੀਂ ਸੁਣਿਆ ਕਿ ਇੰਨੀ ਸੁਵਿਧਾ ਕਿਤੇ ਹੋਊਗੀ। ਤੁਹਾਨੂੰ ਲੱਗਦਾ ਕਿ ਹੁਣ ਛੇਤੀ ਜਿਹੜੇ ਆ ਸਰੀਰ ਜਿਹੜਾ ਹਿੰਮਤ ਫੜ ਜਾਊਗਾ? ਹਾਂਜੀ ਬਾਲ ਦਿੰਦੇ ਹੁਣ ਭਾਜੀ, ਬਾਲਦੇ ਡਾਕਟਰਾਂ ਨੇ ਬਾਲਿਆ ਸੀ ਸਾਨੂੰ ਥੋੜਾ ਚਿਰ। ਇੰਨੀ ਹਿੰਮਤ ਹੈਗੀ, ਚਲੋ ਜ਼ਿਆਦਾ ਨਹੀਂ ਮੈਂ ਕਹਿ ਸਕਦਾ ਕਿ ਜਿੰਨੀ ਕਿ ਮੇਰੇ ਚੋਟ ਹੀ, ਮੈਂ ਵੀਲ ਚੇਅਰ ਤੇ ਆਪਣਾ ਆਪ ਕੰਮ ਕਰ ਸਕਦਾ ਥੋੜਾ ਬਹੁਤ। ਜਿਹੜਾ ਕਰੰਟ ਲੱਗਿਆ ਉਹਦਾ ਕਦੇ ਤੁਹਾਨੂੰ ਕੋਈ ਸਰਕਾਰ ਨੇ ਉੱਥੇ ਕੋਈ ਮੁਆਵਜ਼ਾ ਵਗੈਰਾ ਕਰਿਆ? ਨਹੀਂ ਜੀ ਕੁਛ ਨਹੀਂ, ਮੇਰੀ ਤੇ ਘਰ ਦੀ ਜਗ੍ਹਾ ਵੀ ਗਹਿਣੇ ਪਈ ਹੋਈ ਹੈ। ਅੱਛਾ ਜੀ। ਹਾਂਜੀ ਕੋਈ ਸੁਵਿਧਾ ਨਹੀਂ, ਕੋਈ ਸਰਕਾਰ ਨਹੀਂ, ਕੁਛ ਨਹੀਂ। ਕਰੰਟ ਲੱਗਿਆ ਕਿਸ ਤਰ੍ਹਾਂ ਸੀਗਾ? ਕਿੱਥੇ ਕੰਮ ਕਰ ਰਹੇ ਸੀਗੇ ਤੁਸੀਂ? ਮੈਂ ਕਿਸੇ ਦੇ ਜ਼ਿਮੀਂਦਾਰ ਦੇ ਨਾਲ ਹੀ ਕੰਮ ਕਰ ਰਿਹਾ ਸੀ ਅੱਛਾ ਜੀ। ਤੇ ਉਹ ਪਿੱਛੋਂ ਕਿਸੇ ਨੇ ਸੁੱਚ ਲਗਾਤਾ ਵੱਡੀ ਲੈਣ ਦਾ। ਕਿਸ ਚੀਜ਼ ਦਾ ਕੰਮ ਕਰ ਰਹੇ ਸੀ? ਇੱਥੇ ਉਹ ਮੇਰੇ ਕੋਲ ਮੋਟਰ ਬੰਦ ਹੋ ਗਈ ਹੁੰਦਾ, ਫੇਸ ਬਦਲਦੇ। ਮੈਂ ਪਹਿਲੇ ਵੀ ਕੰਮ ਕਰਦਾ ਸੀ ਥੋੜਾ, ਤੇ ਮੈਂ ਕਿਹਾ ਚੱਲ ਬਦਲ ਦਿੰਦੇ ਆ। ਪਿੱਛੋਂ ਕਿਸੇ ਨੇ ਸੁੱਚ ਲਗਾਤਾ। ਕਦੇ ਉਹ ਜਿਨ੍ਹਾਂ ਦੇ ਮੋਟਰ ਤੋਂ ਕਰੰਟ ਲੱਗਿਆ, ਜਿਨ੍ਹਾਂ ਕਰਕੇ ਲੱਗਿਆ, ਉਹ ਤੁਹਾਡਾ ਉਹਨਾਂ ਨੇ ਕਦੇ ਹਾਲ ਪੁੱਛਿਆ, ਜਾਂ ਕਦੇ ਕਿਸੇ ਹੋਰ ਕਿਸੇ ਤੁਹਾਡੇ ਇਲਾਕੇ ਦੇ ਕੋਈ ਲੀਡਰ ਨੇ ਆ ਕੇ ਕੋਈ ਹਾਲ ਕਿਸੇ ਨੇ ਸਹਾਇਤਾ ਕਰੀ ਹੋਵੇ? ਨਹੀਂ ਜੀ ਕੋਈ ਸਹਾਇਤਾ ਨਹੀਂ। ਉਹਨਾਂ ਲੱਖ ਰੁਪਏ ਦਿੱਤਾ ਸੀ ਤੇ ਲੱਖ ਰੁਪਇਆ ਤਾਂ ਤੁਹਾਨੂੰ ਪਤਾ ਹਸਪੀਟਲਾਂ ਦੇ ਵਿੱਚ ਪਹਿਲਾਂ ਲੈਂਦੇ ਆ ਦਾਖਲ ਹੋਣ ਤੋਂ। ਮੈਂ ਆਪਣਾ ਆਪਰੇਸ਼ਨ ਨਹੀਂ ਕਰਾ ਸਕਿਆ ਪੈਸੇ ਕੋਲ। ਤੇ ਤੁਹਾਡੇ ਹੁਣ ਫਿਰ ਘਰ ਦਾ ਜਿਹੜਾ ਖਰਚਾ ਗੁਜ਼ਾਰਾ ਉਹ ਕਿਵੇਂ ਚੱਲਦਾ? ਅਜੇ ਨਹੀਂ, ਅਜੇ ਤੇ ਚਲੋ ਬੱਚਿਆਂ ਨੂੰ ਖਾਣਾ ਦੇਣਾ ਰਿਸ਼ਤੇਦਾਰ ਦੇਣ ਡਏ ਆ। ਹੁਣ ਘਰ ਜਾਵਾਂਗੇ ਫਿਰ ਥੋੜੀ ਮੁਸ਼ਕਲ ਆਊਗੀ। ਇੱਥੇ ਜਿਹੜੀ ਸੇਵਾ ਸੰਭਾਲ ਜਿਹੜੀ ਆਪਣੀ ਠੀਕ ਚੱਲ ਰਹੀ ਇੱਥੇ ਤੇ ਤੁਸੀਂ ਇੱਥੇ ਤੇ ਬੜੀ ਕਿਰਪਾ ਪਰਮਾਤਮਾ ਦੀ, ਬਹੁਤ ਜ਼ਿਆਦੀ ਭਗਤ ਪੂਰਨ ਸਿੰਘ ਵਾਲੀ ਸੁਵਿਧਾ ਇੱਥੇ ਸਾਨੂੰ ਸਾਰੀ ਮਿਲ ਰਹੀ ਹੈ। ਗੁਰਜੀਤ ਸਿੰਘ, ਕਿਹੜੇ ਪਿੰਡ ਦੇ ਰਹਿਣ ਵਾਲੇ? ਪਿੰਡ ਕਾਲਾ ਬਾਈਆਂ, ਜ਼ਿਲ੍ਹਾ ਜਲੰਧਰ। ਅੱਛਾ ਜੀ। ਕਿਆ ਪ੍ਰੋਬਲਮ ਆਈ ਸੀ? ਜ਼ਿਆਦਾ ਨਹੀਂ ਦੱਸਣਾ, ਛੋਟਾ ਜਿਹਾ। ਮੈਂ ਵੀਰ ਜੀ ਉੱਧਰ ਐਗਰੀਕਲਚਰ ਵੀ ਕਰਦਾ, ਖੇਤੀਬਾੜੀ, ਤੇ ਕੰਮ ਤੇ ਵੀ ਜਾਣਾ ਵੇਰਕਾ ਮਿਲਕ ਪਲਾਂਟ ਜਲੰਧਰ। ਚਲੋ ਮੈਂ ਮਾਤਾ ਜੀ ਤੋਂ ਪੁੱਛਾਂਗਾ ਤੁਹਾਡੇ ਬਾਰੇ। ਤੁਸੀਂ ਹੁਣ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਇੱਥੇ ਰਹਿ ਕੇ? ਵੀਰ ਜੀ ਇੱਥੇ ਰਹਿ ਕੇ ਤਾਂ ਜੇ ਸੋਚਿਆ ਜਾਵੇ ਤਾਂ ਘਰ ਨਾਲੋਂ 100% ਵਧੀਆ। ਕਿਉਂਕਿ ਘਰ ਮੈਂ 6 ਜੂਨ ਨੂੰ ਰਿਹਾ ਸੀ, 60 ਸੀ, ਤੇ ਉਸ ਤੋਂ ਬਾਅਦ 2 ਮਹੀਨੇ ਬਾਅਦ ਮੈਂ ਇੱਥੇ ਆ ਗਿਆ। ਚਲੋ ਹੁਣ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ? ਪ੍ਰੋਬਲਮ ਘੱਟ ਹੈ? ਹਾਂਜੀ ਹਾਂਜੀ ਹਾਂਜੀ। ਜੀ। ਮਾਤਾ ਜੀ ਕਿਆ ਪ੍ਰੋਬਲਮ ਆਈ ਸੀਗੀ? ਹੁਣ ਆਪਣਾ ਪੂਰਾ ਨਾਮ ਕਿਆ ਹੈ? ਮੇਰਾ ਹਰਭਜਨ ਕੌਰ, ਕਿਹੜਾ ਪਿੰਡ ਹੈ ਤੁਹਾਡਾ? ਪਿੰਡ ਕਾਲਾ ਬਾਈਆਂ, ਜ਼ਿਲ੍ਹਾ? ਜ਼ਿਲ੍ਹਾ ਜਲੰਧਰ। ਅੱਛਾ। ਕਿਆ ਪ੍ਰੋਬਲਮ ਕੀ ਆਈ ਸੀਗੀ? ਇਹ ਜਾਂਦਾ ਸੀ ਪੁੱਤਰ ਬੇਟਾ ਕੰਮ ਤੇ ਜਾਂਦਾ ਸੀਗਾ। ਪਤਾ ਨਹੀਂ ਲੱਗਾ ਇਹਨੂੰ, ਕੋਈ ਚਾਂ ਚੱਕ ਨਹੀਂ ਪਤਾ ਲੱਗਾ ਵੀ ਮੇਰੇ ਵਿੱਚ ਕੀ ਲੱਗਾ ਨਹੀਂ। ਮੋਹਰੇ ਟਰਾਲੀ ਆਉਂਦੀ ਸੀ, ਟਰਾਲੀ ਦੇ ਉੱਪਰ ਦੀ ਗੱਡੀ ਵਾਲਾ ਓਵਰਟੇਕ ਕਰਕੇ ਮੋੜਨ ਲੱਗਾ, ਬਾਂਹ ਤੇ ਸ਼ੀਸ਼ਾ ਲੱਗਾ ਇਹਦੇ, ਇਹ ਬੜੇ 'ਚ ਲੱਗਾ। ਜਾਣੀ ਕਿ ਉਹ ਫਿਰ ਸਾਡੇ ਪਿੰਡ ਦਾ ਮੁੰਡਾ ਤੁਹਾਡੇ ਵਰਗਾ ਸੀਗਾ, ਉਹਨੇ ਫਿਰ ਚੱਕ ਕੇ ਲਾਗੇ ਮੈਡੀਕਲ ਦੀ ਦੁਕਾਨ ਸੀ, ਉੱਥੇ ਦਾਖਲ ਕਰਾਤਾ। ਫਿਰ ਘਰ ਮੇਰੇ ਵੱਡੇ ਬੇਟੇ ਨੂੰ ਫੋਨ ਕੀਤਾ ਤੇ ਮਤਲਬ ਲੱਗਾ ਇੱਦਾਂ ਬੜਾ ਹੀ ਵਿੱਚ, ਤਾਂ ਉਹ ਫਿਰ ਇੱਦਾਂ ਮਲ ਦਿੱਤਾ, ਖੂਨ ਦਾ ਜਮਾ ਇੱਥੇ ਜਾ ਕੇ ਹੋ ਗਿਆ। ਪ੍ਰਭਜੋਤ ਸਿੰਘ ਹੈ ਜੀ। ਕਿੱਥੋਂ ਦੇ ਰਹਿਣ ਵਾਲੇ? ਮੈਂ ਸਮਰਾਲਾ ਦੇ ਲਾਗੇ ਪਿੰਡ ਮਾਨਕੀ ਦਾ ਰਹਿਣ ਵਾਲਾ ਜੀ। ਕਿਹੜਾ ਪਿੰਡ? ਮਾਨਕੀ ਦਾ ਪਿੰਡ ਹੈ। ਹਾਂਜੀ। ਕੀ ਪ੍ਰੋਬਲਮ ਆਈ ਔਰ ਇੱਥੇ ਕਿੰਨੀ ਕੁ ਦੇਰ ਤੋਂ ਤੁਸੀਂ ਜਿਹੜਾ ਪਹੁੰਚੇ ਹੋਏ ਆ ਇਹਦੇ ਵਿੱਚ? ਭਾਜੀ ਮੈਨੂੰ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਆ। ਕਿਸ ਤਰ੍ਹਾਂ ਹੋਈ ਰੀੜ੍ਹ ਦੀ ਹੱਡੀ? ਮੈਂ ਸੂਏ ਦੇ ਵਿੱਚ ਗਿਰ ਗਿਆ ਸੀਗਾ, ਕਿਸੇ ਨੂੰ ਲੈਣ ਗਿਆ ਸੀਗਾ। ਕਿੰਨੀ ਦੇਰ ਪਹਿਲਾਂ? 6 ਸਾਲ ਹੋ ਗਏ ਤਕਰੀਬਨ। ਅੱਛਾ। ਹਾਂਜੀ। ਤੇ ਉਰੇ ਆਏ ਨੂੰ ਮੈਨੂੰ 5 ਮਹੀਨੇ ਹੋ ਗਏ। ਹਾਂਜੀ। ਤੇ ਉਰੇ ਮੇਰੇ ਬੈਡ ਸੋਲ ਸਾਰੇ ਠੀਕ ਹੋ ਗਏ ਤੇ ਐਕਸਰਸਾਈਜ਼ ਵਗੈਰਾ ਚੱਲਦੀ ਆ, ਮਤਲਬ ਠੀਕ ਹੈ, ਅੱਗੇ ਨਾਲੋਂ ਬਹੁਤ ਵਧੀਆ ਫਰਕ ਹੈ। ਤੇ ਸਾਰੀ ਫੈਸਿਲਿਟੀ ਭਾਜੀ ਮਿਲਦੀ ਆ, ਤੇ ਘਰ ਨਾਲੋਂ ਇੱਥੇ ਸਾਰਾ ਕੁਝ ਵਧੀਆ ਆ। ਹਾਂਜੀ। ਸੇਵਾ ਸੰਭਾਲ ਬਹੁਤ ਵਧੀਆ ਆ।
ਘਰ ਕਿਸ ਤਰ੍ਹਾਂ ਮਤਲਬ ਬੈੱਡ ਤੇ ਹੀ ਪਏ ਰਹਿੰਦੇ ਸੀਗੇ ਸਾਰਾ ਦਿਨ ਤਾਂ ਬੈੱਡ ਸੋਰ ਹੋਏ? ਹਾਂਜੀ ਭਾਜੀ ਨੌਲੇਜ ਨਹੀਂ ਸੀਗੀ ਸਾਨੂੰ, ਤੇ ਵੀ ਬੈਡ ਸੋਲ ਕਿਵੇਂ ਹੋ ਜਾਂਦਾ, ਕਿੱਦਾਂ ਨੌਲੇਜ ਹੋਊਗੀ ਤਾਂ ਜ਼ਖਮ ਠੀਕ ਹੋਣਗੇ, ਨੌਲੇਜ ਨਹੀਂ ਸੀ ਸਾਨੂੰ। ਤੇ ਕਦੇ ਮੁੱਦਾ ਪਿਆ ਨਹੀਂ ਸੀਗਾ 6 ਸਾਲਾਂ ਦਾ, ਤੇ 6 ਸਾਲ ਦੀ ਜ਼ਖਮ ਸੀਗੇ ਮੇਰੇ। ਉਰੇ ਆ ਕੇ ਜਾਣੀ ਕਿ 5 ਮਹੀਨੇ ਦੇ ਵਿੱਚ ਮੇਰੇ ਸਾਰੇ ਠੀਕ ਹੋ ਗਏ ਜ਼ਖਮ, ਤੇ ਅੱਗੇ ਨਾਲੋਂ ਜਾਣੀ ਕਿ ਬਹੁਤ ਠੀਕ ਨੇ। ਤੇ ਹੁਣ ਐਕਸਰਸਾਈਜ਼ ਹੀ ਕਰ ਰਿਹਾ ਵਾਂ ਮੈਂ। ਐਕਸਰਸਾਈਜ਼ ਕਿਵੇਂ ਕਰਕੇ ਦਿਖਾਉਂਗੇ ਜਰਾ? ਹਾਂਜੀ ਤੇ ਫਲੈਂਗ ਵਗੈਰਾ ਜੋ ਵੀ ਕਰਵਾਉਂਦੇ ਆ ਮੈਂ ਕਰ ਲੈਂਦਾ ਆ। ਮੈਂ ਨਾ ਸੀ ਲੈਵਲ ਦਾ ਪੇਸ਼ੈਂਟ ਆ, ਤੇ ਮੇਰੇ 'ਤੇ ਕੋਈ ਮਤਲਬ ਬੋਤਲ ਪਾਣੀ ਦੀ ਨਹੀਂ ਚੱਕੀ ਜਾਂਦੀ ਸੀ, ਨਹਾਤਾ ਨਹੀਂ ਜਾਂਦਾ ਸੀ, ਨਾ ਆਪਣੀ ਸਾਫ਼ ਸਫਾਈ ਕਰ ਸਕਦਾ ਸੀਗਾ। ਤੇ ਮੈਂ ਹੁਣ ਸਾਰਾ ਕੁਝ ਕਰ ਲੈਂਦਾ ਆ, ਪਾਣੀ ਵੀ ਆਪਣਾ ਪੀਣਾ ਆ, ਸਾਫ਼ ਸਫਾਈ ਵੀ ਕਰ ਲੈਂਦਾ ਆ, ਰੋਟੀ ਪਾਣੀ ਵੀ ਆਪਦੀ ਆਪ ਖਾ ਲੈਂਦਾ ਆ। ਤੇ ਹੁਣ ਮੈਨੂੰ ਜਾਣੀ ਕਿ ਪਹਿਲਾਂ ਇੱਕ ਅਟੈਂਡੈਂਟ ਮੇਰੇ ਲਈ ਚਾਹੀਦਾ ਸੀਗਾ, ਤੇ ਹੁਣ ਮੈਨੂੰ ਉਹਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਕਦੇ ਹੁੰਦਾ ਵਾ ਵੀ ਹਾਂ ਜ਼ਰੂਰਤ ਪੈ ਜਾਵੇ ਤਾਂ ਉਹ ਲੈ ਦੇ ਦਿੰਦੇ ਆ, ਸੇਵਾ ਸਾਰੀ ਕਰਦੇ ਆ। ਤੇ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਸਾਰਿਆਂ ਦਾ। ਇੱਥੇ ਆ ਕੇ ਤੁਹਾਡੇ 'ਚ ਜਿਹੜਾ ਹੌਸਲਾ ਬਣਿਆ ਠੀਕ ਹੋਣ ਦਾ? ਹਾਂਜੀ ਹਾਂਜੀ ਉਰੇ ਜਾਣੀ ਕੀ ਗੱਲ ਇੱਦਾਂ ਆ ਵੀ ਘਰੇ ਮਰਨ ਦੀਆਂ ਆ ਰਹੇ ਸੀਗੇ ਵੀ ਹਾਂ ਮਰ ਜਾਣਾ ਹੈ, ਹੋ ਜਾਣਾ ਹੈ, ਪਰ ਜਿੱਥੋਂ ਘਰੋਂ ਬਾਹਰ ਨਿਕਲਿਆ ਤਾਂ ਇੱਥੇ ਆਇਆ ਤਾਂ ਜ਼ਿੰਦਗੀ ਜਿਉਣ ਦਾ ਮਤਲਬ ਲੱਗੀ ਨਜ਼ਰੀਆ ਹੋ ਗਿਆ ਵੀ ਹਾਂ। ਕਿੰਨੀ ਕੁ ਉਮਰ ਹੈ ਤੁਹਾਡੀ? ਮੇਰੀ 21 ਹੈ, 21 ਸਾਲ ਦੀ। ਤੇ ਮੈਰਿਡ ਹੋ ਜਾਂ ਅਨਮੈਰਿਡ ਹੈ? ਨਹੀਂ ਮੈਂ ਅਨਮੈਰਿਡ ਹੈ ਜੀ। ਅੱਛਾ ਜੀ। ਹਾਂਜੀ ਹੋਰ ਕਿੰਨੇ ਭੈਣ ਭਰਾ ਘਰੇ? ਨਹੀਂ ਮੈਂ ਇਕੱਲਾ ਹੀ ਹਾਂ ਜੀ, ਮੇਰੀ ਇੱਕ ਮੰਮੀ ਇੱਕ ਮੈਂ ਬਸ। ਉਹ ਵੀ ਹੈਂਡੀਕੈਪਟ ਨੇ, ਮੇਰੀ ਮੰਮੀ ਵੀ ਹੈਂਡੀਕੈਪਟ ਆ। ਹਾਂਜੀ ਉਹਨਾਂ ਨੂੰ ਕਿਵੇਂ ਹੈਂਡੀਕੈਪਸ਼ਨ ਹੋ ਗਈ ਸੀ? ਉਹ ਬਚਪਨ ਤੋਂ ਹੀ ਨੇ। ਅੱਛਾ ਹਾਂਜੀ ਠੀਕ ਹੈ। ਤੇ ਫਿਰ ਹੁਣ ਕਰਦਾ ਫਿਰ ਗੁਜ਼ਾਰਾ ਕੌਣ, ਕਿਵੇਂ ਚਲਾਉਂਦੇ? ਘਰ ਦਾ ਗੁਜ਼ਾਰਾ ਭਾਜੀ ਜੋ ਸਰਕਾਰ ਵੱਲੋਂ ਪੈਨਸ਼ਨ ਮਿਲਦੀ ਹੈ ਮੰਮੀ ਦੀ, ਉਹਦੇ ਸਿਰ 'ਤੇ ਹੀ ਚੱਲਦਾ ਗੁਜ਼ਾਰਾ। ਤੁਹਾਡੇ ਜਿਹੜੀ ਕਿਵੇਂ ਲੱਗਿਆ ਸੀ ਕਰੰਟ ਇਹ? ਨਹੀਂ ਮੈਂ ਸੂਏ 'ਚ ਗਿਰ ਗਿਆ ਸੀ ਨਾ। ਹਾਂਜੀ ਹਾਂਜੀ ਮੈਂ ਕਿਸੇ ਨੂੰ ਲੈਣ ਗਿਆ ਸੀਗਾ, ਤੇ ਕਿਸੇ ਨੇ ਪਿੱਛੋਂ ਧੱਕਾ ਦਿੱਤਾ ਸੀਗਾ ਜੀ। ਅੱਛਾ। ਹਾਂਜੀ ਪਤਾ ਲੱਗ ਗਿਆ ਸੀ ਵੀ ਧੱਕਾ ਦਿੱਤਾ ਕਿਹਨੇ? ਨਹੀਂ ਨਹੀਂ ਪਤਾ ਨਹੀਂ ਲੱਗਿਆ ਜੀ, ਨਹੀਂ ਪਤਾ ਨਹੀਂ ਲੱਗਿਆ। ਹਾਂਜੀ ਮਤਲਬ ਕਿ ਇਕੱਲੇ ਗਏ ਸੀ ਜਾਂ ਕਿਸੇ ਨੇ ਧੱਕਾ ਦਿੱਤਾ? ਕਿਵੇਂ ਦਿੱਤਾ? ਗਰੁੱਪ ਸੀ ਮੁੰਡਿਆਂ ਦਾ ਜਾਂ ਕਿਵੇਂ? ਪਤਾ ਨਹੀਂ ਭਾਜੀ, ਉਹ ਮੁੰਡੇ ਨੇ ਜਾਣੀ ਕਿ ਫੋਨ ਕੀਤਾ ਸੀ ਲੈਣ ਵਾਸਤੇ, ਮੈਨੂੰ ਲੈ ਜਾਓ ਆ ਕੇ। ਮੈਂ ਲੈਣ ਗਿਆ ਸੀਗਾ, ਮੈਨੂੰ ਇਹ ਨਹੀਂ ਪਤਾ ਹੈਗਾ ਕਿਸੇ ਨੇ ਕਿਉਂ ਧੱਕਾ ਦਿੱਤਾ, ਪਤਾ ਨਹੀਂ ਕਿੱਦਾਂ ਧੱਕਾ ਦਿੱਤਾ। ਕਿਹੜੇ ਪਿੰਡ ਤੋਂ ਸੂਆ ਲੰਘਦਾ ਜਿੱਥੇ ਉਹਨੂੰ ਤੁਹਾਨੂੰ? ਉਹ ਟਾਲਾ ਆ। ਹਾਂਜੀ 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 ਤੇ ਹੁਣ ਮਤਲਬ ਹੌਸਲਾ ਬਣ ਗਿਆ ਕਿ ਵੀ ਹੌਲੀ ਹੌਲੀ ਠੀਕ ਹੋਣ ਦੀ ਸੰਭਾਵਨਾ? ਨਹੀਂ ਨਹੀਂ ਹਾਂਜੀ ਹਾਂਜੀ ਪੂਰਾ ਠੀਕ ਹੈ ਜੀ, ਹੌਸਲਾ ਪੂਰਾ ਆਇਆ। ਤੇ ਹੁਣ ਤਾਂ ਜ਼ਿੰਦਗੀ ਜਿਉਣ ਦਾ ਮਜ਼ਾ ਆ ਰਿਹਾ ਵੀ ਹਾਂ ਅਸੀਂ ਜੀ ਸਕਦੇ ਹਾਂ। ਤੁਹਾਡੇ ਮੰਮੀ ਡੈਡੀ ਇੱਥੇ ਆਉਂਦੇ, ਮਾਰਦੇ ਕਿਹੜਾ? ਨਹੀਂ ਡੈਡੀ ਨਹੀਂ ਹੈ, ਮੰਮੀ ਹੈ ਔਰ ਮੈਂ ਆ। ਹਾਂਜੀ ਦੋਨੇ ਜਾਣੇ ਆ। ਮਾਰਦੇ ਇੱਥੇ ਕਿਹੜਾ ਜੀ? ਨਹੀਂ ਫੋਨ ਤੇ ਗੱਲ ਹੋ ਜਾਂਦੀ ਆ। ਅੱਛਾ ਜੀ। ਹਾਂਜੀ ਤੇ ਫਿਰ ਰੋਟੀ ਪਾਣੀ ਦਾ ਕਿਵੇਂ ਚੱਲਦਾ ਫਿਰ? ਉਰੇ ਇੱਥੇ ਵੀ ਤਾਂ ਘਰੇ ਮੰਮੀ? ਇੱਥੇ ਤਾਂ ਰੋਟੀ ਪਾਣੀ ਦੇ ਦਿੰਦੇ ਆ, ਮਤਲਬ ਕਿ ਉਰੇ ਜਾਣੀ ਕਿ ਸੇਵਾ ਸੰਭਾਲ ਬਹੁਤ ਵਧੀਆ ਚੱਲਦੀ ਆ। ਰੋਟੀ ਪਾਣੀ ਤੋਂ ਲੈ ਕੇ ਤੋਂ ਜੜ ਸਾਰੀ ਸੇਵਾ ਵਾ ਸਾਰੀ ਚੱਲਦੀ ਆ। ਤੇ ਘਰ ਦਾ ਗੁਜ਼ਾਰਾ ਜਾਣੀ ਕਿ ਤੁਹਾਨੂੰ ਦੱਸ ਕੇ ਹਟੇ ਆ, ਜਿੱਦਾਂ ਕਿ ਮੰਮੀ ਦੀ ਜੋ ਵੀ ਹੈ ਦੇਖਭਾਲ, ਮੰਮੀ ਦੀ ਜੋ ਭੂਆ ਹੈ ਉਹ ਉਹਨਾਂ ਦੇ ਕੋਲ ਰਹਿੰਦੇ ਆ, ਤੇ ਪੈਨਸ਼ਨਾਂ ਜੋ ਸਰਕਾਰ ਵੱਲੋਂ ਆ ਉਹਦੇ ਸਿਰ 'ਤੇ ਗੁਜ਼ਾਰਾ ਚੱਲਦਾ ਜੀ। ਹਾਂਜੀ ਭਾਜੀ ਮੈਂ ਗੱਲ ਐਡ ਕਰਨਾ ਚਾਹੁੰਦਾ, ਦੇਖੋ ਕਿੰਨੀ ਸਿੰਪਲ ਜੀ ਕਿਰਿਆ ਲੱਗਦੀ ਹੈ ਨਾ ਕਿ ਪਾਣੀ ਚੱਕ ਕੇ ਪੀਣਾ। ਹਾਂਜੀ ਪਿਆਸ ਲੱਗੀ ਹੁੰਦੀ ਹੈ, ਅੰਦਰ ਅਜੇ ਪਿਆ ਹੈ। ਮੈਨੂੰ ਕੱਲ ਦੱਸਿਆ ਕਿ ਮੈਂ ਕਹਿੰਦਾ ਗਲਾਸ ਨਹੀਂ ਚੱਕ ਸਕਦਾ ਸੀ, ਇਹ ਇੱਕ ਗਲਾਸ ਨਹੀਂ ਪਾਣੀ ਪੀ ਸਕਦਾ ਜੀ, ਪਿਆਸ ਲੱਗੀ ਹੁੰਦੀ ਸੀ ਜੀ। ਇੱਕ ਸਿੰਗਲ ਗਲਾਸ ਨਹੀਂ ਪਾਣੀ ਦਾ ਪੀ ਸਕਦੇ ਤੁਸੀਂ। ਕਿੰਨੀ ਸਿੰਪਲ ਜੀ ਕਿਰਿਆ ਹੈ ਨਾ ਪਾਣੀ ਪੀਣਾ। ਫਿਰ ਪਿਆਸ ਲੱਗੀ ਹੋਵੇ ਕਿੰਨਾ ਲੱਗਦਾ। ਮੈਂ ਕਿਹਾ ਪਾਣੀ ਪੀ ਪਾਉਂਦੇ ਸੀ ਘਰੇ, ਰੋਟੀ ਨਹੀਂ ਖਾ ਪਾਉਂਦੇ ਸੀ ਭਾਜੀ। ਹੁਣ ਇਹ ਪਾਣੀ ਖੁਦ ਪੀਂਦਾ, ਰੋਟੀ ਖੁਦ ਖਾਂਦਾ ਹੈ, ਕੱਪੜੇ ਖੁਦ ਬਦਲਦਾ, ਨਹਾਉਂਦਾ ਖੁਦ ਹੈ, ਆਪਣਾ ਮਲ ਮੂਤਰ ਦਾ ਤਿਆਗ ਖੁਦ ਕਰਦਾ ਹੈ। ਇੱਥੇ ਤੱਕ ਤਾਂ ਪਹੁੰਚ ਗਿਆ, ਇਸ ਤੋਂ ਵੀ ਬਹੁਤ ਅੱਗੇ ਪਹੁੰਚੇਗਾ। ਇਹਦਾ ਲੈਵਲ ਸੀ ਹੈ, ਇਸ ਦੇ ਵਿੱਚ 7.5 ਮਣ ਕੇ ਹੁੰਦੇ ਛਾਤੀ ਤੋਂ ਲੈ ਕੇ ਗਰਦਨ ਤੱਕ। ਔਰ ਉਹ ਆਈ ਥਿੰਕ C6 C5 C6 ਹਾਂ C4 C5 ਹੈ। ਇਸ ਦੇ ਹੱਥ ਨਹੀਂ ਕੰਮ ਕਰਦੇ, ਸਿਰਫ ਹਥੇਲੀਆਂ ਵਿੱਚ ਜਾਣਾ ਹੈ ਨਾ। ਤੁਹਾਡੇ ਬਹੁਤ ਸਾਰੇ ਦਰਸ਼ਕ ਜੋ ਦੇਖ ਰਹੇ ਹੋਣਗੇ, ਉਹ ਇਸ ਤਰ੍ਹਾਂ ਦੇ ਬਹੁਤ ਸਾਰੇ ਮਰੀਜ਼ ਤੁਹਾਨੂੰ ਦੇਖਣਗੇ ਔਰ ਤੁਹਾਨੂੰ ਸ਼ਾਇਦ ਚੈਨਲ ਨੂੰ ਅਪਰੋਚ ਕਰਨਗੇ। ਉਹਨਾਂ ਨੂੰ ਲੱਗਦਾ ਸਾਡੀ ਜ਼ਿੰਦਗੀ ਖਤਮ ਹੋ ਚੁੱਕੀ ਹੈ, ਪਰ ਜ਼ਿੰਦਗੀ ਖਤਮ ਨਹੀਂ ਹੁੰਦੀ ਭਾਜੀ। ਡਿਸੇਬਿਲਿਟੀ ਨੂੰ ਐਬਿਲਿਟੀ ਕਿਵੇਂ ਕਨਵਰਟ ਕੀਤਾ ਜਾਂਦਾ, ਇਸ ਦਾ ਇੱਕ ਪ੍ਰੋਪਰ ਟ੍ਰੇਨਿੰਗ ਦਾ ਪ੍ਰੋਸੀਜਰ ਹੈ ਇਹਦਾ। ਇਹ ਵਾਪਸ ਆਪਣੀ ਜ਼ਿੰਦਗੀ 'ਚ ਵਾਪਸੀ ਕਰ ਸਕਦੇ ਆ, ਬਟ ਉਹਦੇ ਲਈ ਇੱਕ ਰੀਹੈਬਿਲਿਟੇਸ਼ਨ ਦਾ ਪ੍ਰੋਸੈਸ ਹੈ, ਉਹਦੇ ਗੋ ਥਰੂ ਹੋਣਾ ਹੀ ਪਏਗਾ ਹੈ ਨਾ। ਉਹ ਘਰ ਬੈਠ ਕੇ ਨਹੀਂ ਹੋ ਸਕਦਾ। ਜਿਵੇਂ ਅਸੀਂ ਪੜ੍ਹਨਾ ਚਾਹੁੰਦੇ ਹਾਂ ਤਾਂ ਬੱਚੇ ਨੂੰ ਪੜ੍ਹਨ ਲਈ ਸਕੂਲ ਤੱਕ ਤਾਂ ਆਉਣਾ ਹੀ ਪਏਗਾ, ਸਕੂਲ ਬੱਚੇ ਦੇ ਘਰ ਨਹੀਂ ਜਾ ਸਕਦਾ। ਤੇ ਤੁਸੀਂ ਇੱਥੇ ਫਿਰ ਤੁਹਾਨੂੰ ਹੋਰ ਕਿਹਦੀ ਹੈਲਪ ਮਿਲਦੀ ਹੈ? ਕਿਸ ਤਰ੍ਹਾਂ ਤੁਸੀਂ ਇਹਨੂੰ ਰਨ ਕਰਦੇ ਹੋ ਸਾਰੇ ਸਿਸਟਮ ਨੂੰ? ਭਾਜੀ ਅਸੀਂ 72-73 ਲੋਕ ਜੁੜੇ ਹੋਏ ਹਾਂ, 15 ਸਾਲ ਤੋਂ ਲੈ ਕੇ 92 ਸਾਲ ਤੱਕ। ਸਾਡੇ ਫਰੈਂਡਸ ਨੇ, ਕਲੀਗਸ हैं, ਅਸੀਂ ਸਕੂਲ ਦੇ ਫਰੈਂਡਸ हैं, ਅਸੀਂ ਕਾਲਜ ਦੇ ਫਰੈਂਡਸ हैं, ਸਾਡੇ ਪ੍ਰੋਫੈਸਰ, ਸਾਡੇ ਟੀਚਰਸ, ਸਾਡੇ ਜੋ ਸੇਮ ਸੋਚ ਵਾਲੇ ਇਨਸਾਨ ਨੇ ਉਹ ਜੁੜੇ ਹੋਏ हैं। ਅਸੀਂ 73 ਕੇ ਲੋਕ हैं। ਅਸੀਂ ਆਪਣਾ ਦਸਵੰਧ ਇਕੱਠਾ ਕਰਦੇ ਹਾਂ ਹੈ ਨਾ, ਤਾਂ ਇਹ ਸੇਵਾ ਰਨ ਹੁੰਦੀ ਹੈ ਨਾਲ ਨਾਲ।
ਜੀ। ਤੇ ਹੋਰ ਕੋਈ ਤੁਹਾਨੂੰ ਕੋਈ ਸਰਕਾਰ ਦੀ ਕੋਈ ਏਡ ਕੋਈ ਕਿਸੇ ਦੀ ਕੁਛ ਕੋਈ ਕਦੇ ਕਿਸੇ ਗਵਰਨਮੈਂਟ ਨੇ ਕੋਈ ਕੀਤਾ ਜਿਵੇਂ ਕਿ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰਾਂ ਕਰਦੀਆਂ ਕੋਈ ਇਦਾਂ ਦੀ ਕੋਈ ਸਰਕਾਰ ਦੀ ਏਡ ਕੋਈ? ਭਾਜੀ ਸਾਡੇ ਕੋਲ ਪੰਜਾਬ ਸਰਕਾਰ ਤੋਂ ਲੈ ਕੇ ਫਾਈਨੈਂਸ ਮਿਨਿਸਟਰੀ ਤੋਂ ਲੈ ਕੇ ਹੋਮ ਮਿਨਿਸਟਰੀ ਤੱਕ ਗਵਰਨਮੈਂਟ ਆਫ ਇੰਡੀਆ ਸਾਡੇ ਕੋਲ ਸਾਰੀ ਸਰਟੀਫਿਕੇਸ਼ਨਸ ਹੈ। ਅਸੀਂ ਮੋਹਾਲੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅੱਡ-ਅੱਡ ਪੰਚਾਇਤਾਂ ਨੂੰ ਸਾਰਿਆਂ ਅੱਗੇ ਹਾੜੇ ਕੱਢ ਲਏ। ਸਾਨੂੰ ਕਿਸੇ ਨੇ ਜ਼ਮੀਨ ਨਹੀਂ ਦਿੱਤੀ, ਅਸੀਂ ਜ਼ਮੀਨ ਕਿਉਂ ਮੰਗ ਰਹੇ ਸੀ ਭਾਜੀ? ਮੈਂ ਆਪਣੀ ਕੋਠੀ ਨਹੀਂ ਪਾਣੀ। ਸਾਡੇ ਕੋਲ ਕਰੀਬਨ 600 ਜਾਂ 700 ਤੱਕ ਦੇ ਪੇਸ਼ੈਂਟ ਦੀ ਵੇਟਿੰਗ ਲਿਸਟ ਹੈ, ਸਪਾਈਨਲ ਕੋਰਡ ਪੇਸ਼ੈਂਟਸ ਦੀ। ਇਹ ਘਰਾਂ ਦੇ ਵਿੱਚ ਪਏ ਨੇ। ਚਾਰ ਦੀਵਾਰੀ ਦੇ ਵਿੱਚ ਬੰਦ ਹੋਣਾ ਕਿਆ ਹੁੰਦਾ ਭਾਜੀ? ਲੋਕ ਕਰੋਨਾ ਕਾਲ ਦੇ ਵਿੱਚ ਮੈਂਟਲ ਡਿਪਰੈਸ਼ਨ 'ਚ ਆ ਗਏ ਸੀਗੇ, ਹੈ ਨਾ। ਕਿੰਨਾ ਥੋੜ੍ਹਾ ਟਾਈਮ ਦੇਖਿਆ ਸੀ ਲੋਕਡਾਊਨ ਦੇ ਵਿੱਚ। ਇਹ ਘਰਾਂ ਦੇ ਵਿੱਚ ਪਏ ਆ, ਮਲ ਮੂਤਰ ਦੇ ਵਿੱਚ ਪਏ ਆ ਭਾਜੀ। ਇਹਨਾਂ ਲਈ ਉਹ ਅਸੀਂ ਬਣਾਉਣ ਦੀ ਸੋਚ ਰਹੇ ਸੀ। ਅਸੀਂ ਇਕੱਲੇ ਬਹੁਤ ਸਾਰੇ ਪਿੰਡਾਂ ਦੇ ਮੋਹਾਲੀ ਦੇ ਜੋ ਪੈਰੀਫੇਰੀ ਦੇ ਵਿੱਚ ਪੈਂਦੇ ਆ, ਮੋਹਾਲੀ ਐਡਮਿਨਿਸਟ੍ਰੇਸ਼ਨ ਤੋਂ ਸਾਰਿਆਂ ਅੱਗੇ ਹਾੜੇ ਖੜ ਲਏ। 20 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਵੀ ਅਸੀਂ ਐਪਲੀਕੇਸ਼ਨ ਭੇਜੀ ਹੈ, ਬਟ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਤੇ ਕਿੰਨੇ ਟੋਟਲ ਕਿੰਨੇ ਪੇਸ਼ੈਂਟ ਆ ਆਪਣੇ ਕੋਲ? ਇਸ ਤੋਂ ਇਲਾਵਾ ਹੋਰ ਵੀ ਕਿਤੇ ਚੱਲਦਾ ਕੋਈ? ਭਾਜੀ ਇਹ ਪਿੰਡ ਪੈਂਤਪੁਰ ਦੇ ਵਿੱਚ ਖੜੇ ਹੋ ਤੁਸੀਂ, ਇਸ ਦੇ ਬਿਲਕੁਲ ਨਾਲ ਅੱਧੇ ਕਿਲੋਮੀਟਰ ਦਾ ਪਿੰਡ ਹੈ ਰਤਵਾੜਾ, ਹੈ ਨਾ। ਉੱਥੇ ਇਹ ਦੋਨੋਂ ਪਿੰਡ PGI ਹਸਪਤਾਲ ਚੰਡੀਗੜ੍ਹ ਤੋਂ ਸਿਰਫ 6 ਕਿਲੋਮੀਟਰ ਦੂਰ ਨੇ। ਇਹ 2 ਸੈਂਟਰ ਚੱਲਦੇ ਨੇ। ਇਹਨਾਂ ਦੀ ਟੋਟਲ ਕਪੈਸਿਟੀ ਮੈਕਸਿਮਮ ਜੋ ਫੁੱਲ ਕਰਕੇ ਬੈਠਦੀ ਹੈ ਉਹ 40 ਪੇਸ਼ੈਂਟ ਬੈਠਦੀ ਹੈ। ਹਰੇਕ ਪੇਸ਼ੈਂਟ ਦੇ ਨਾਲ ਇੱਕ ਅਟੈਂਡੈਂਟ ਹੁੰਦਾ ਤਾਂ 40 ਦੂਣੀ 80 ਦੇ ਕਰੀਬ ਇਹ ਬੈਠ ਜਾਂਦੇ ਆ। ਕੁਝ ਅਟੈਂਡੈਂਟਸ ਨਾਲ ਨਹੀਂ ਨੇ, ਇਕੱਲੇ ਨੇ ਪੇਸ਼ੈਂਟ। ਪ੍ਰਭਜੋਤ ਨਾਲ ਤੁਸੀਂ ਗੱਲ ਕਰਕੇ ਹਟੇ ਹੋ ਤਾਂ ਇਹ 75 ਦੇ ਕਰੀਬ ਹੈਗੇ। ਆਪਣੀ ਕਪੈਸਿਟੀ ਦੇ ਫੁੱਲ ਹੈ ਭਾਜੀ। ਸਾਡੇ ਕੋਲ ਬਹੁਤ ਲੰਬੀ ਫੇਰਿਸਤ ਹੈ ਇਸ ਤਰ੍ਹਾਂ ਦੇ ਪੇਸ਼ੈਂਟਸ ਦੀ। ਮਤਲਬ ਜੇ ਸਰਕਾਰ ਤੁਹਾਨੂੰ ਏਡ ਦੇਵੇ, ਹੈਲਪ ਕਰੇ, ਤਾਂ ਤੁਸੀਂ ਜਿਹੜੀ ਹੈ ਮੈਕਸਿਮਮ ਲੋਕਾਂ ਦੀ ਜਿਹੜੀ ਸੇਵਾ ਕਰ ਸਕਦੇ ਹੋ? ਬਿਲਕੁਲ ਭਾਜੀ ਅਸੀਂ ਕਰ ਸਕਦੇ, ਕਿਉਂ ਨਹੀਂ ਕਰ ਸਕਦੇ? ਇਹ ਬਿਲਕੁਲ ਪੋਸੀਬਲ ਹੈ, ਪਰ ਸਾਡੇ ਕੋਲ ਜਗ੍ਹਾ ਨਹੀਂ ਹੈ ਭਾਜੀ। ਜਗ੍ਹਾ ਦੀ ਪ੍ਰੋਬਲਮ ਆ ਰਹੀ ਹੈ। ਬਿਲਡਿੰਗ ਅਸੀਂ ਖੁਦ ਰੇਸ ਕਰ ਲਾਂਗੇ, ਹੈ ਨਾ। ਖਾਲਸਾ ਏਡ ਨਾਲ ਇਸ ਬਾਰੇ ਬਹੁਤ ਐਡਵਾਂਸਡ ਲੈਵਲ 'ਤੇ ਗੱਲ ਕੀਤੀ ਹੋਈ ਹੈ, ਜਾਂ ਹੋਰ ਵੀ ਕੁਛ ਸੱਜਣ ਹੈਗੇ ਦਾਨੀ ਜਿਨ੍ਹਾਂ ਨਾਲ ਗੱਲ ਕੀਤੀ ਹੋਈ, ਕਹਿੰਦੇ ਬਿਲਡਿੰਗ ਰੇਸ ਕਰ ਦਾਂਗੇ। ਸਰਕਾਰ ਸਾਨੂੰ ਜਗ੍ਹਾ ਤਾਂ ਦੇ ਦੇਵੇ, ਕੋਈ ਪਿੰਡ ਦੀ ਪੰਚਾਇਤ ਸਾਨੂੰ ਜਗ੍ਹਾ ਤਾਂ ਦੇ ਦੇਵੇ ਭਾਜੀ। ਪੇਸ਼ੈਂਟਸ ਬਹੁਤ ਜ਼ਿਆਦਾ ਨੇ। ਤੇ ਇੱਥੇ ਇਹਨਾਂ ਮਰੀਜ਼ਾਂ ਦੀ ਜਿਹੜੀ ਸੇਵਾ ਸੰਭਾਲ ਕਰਨ ਵਾਸਤੇ ਹੋਰ ਤੁਹਾਡੇ ਨਾਲ ਕੋਈ ਜਿਹੜੇ ਫਿਜ਼ੀਕਲ ਸੇਵਾ ਕਰਦੇ ਉਹ ਕੌਣ, ਕਿੱਥੋਂ ਆਉਂਦੇ? ਫਿਜ਼ੀਕਲ ਸੇਵਾ ਆ ਭੈਣਾਂ ਪਿੱਛੇ ਹੈਗੀਆਂ, ਮਾਤਾਵਾਂ ਪਿੱਛੇ ਹੈਗੀਆਂ, ਇਹਨਾਂ ਦੀਆਂ ਨਾਲ ਆਏ ਹੋਏ ਨੇ। ਇਹਨਾਂ ਦੇ ਘਰ ਦੇ ਇਹੀ ਘਰ ਚਲਾਉਂਦੇ ਆ ਅਸੀਂ, ਤਾਂ ਸਿਰਫ ਬਾਹਰੋਂ ਐਕਸਟਰਨਲ ਸਪੋਰਟ ਕਰਦੇ ਆ। ਜਿਵੇਂ ਤੁਸੀਂ ਦੱਸਿਆ ਕਿ ਸਟੂਡੈਂਟਸ ਵੀ ਕੁਛ ਜਿਵੇਂ ਇਹ ਹਾਲਾਂਕਿ ਆਪਣੀ ਡਿਗਰੀਆਂ ਬਸ ਇਹਨਾਂ ਦੀ ਫਾਈਨਲ ਐਗਜ਼ਾਮ ਵੀ ਹੋ ਚੁੱਕੇ ਨੇ। ਡਾਕਟਰ ਸਾਹਿਬਾਨ ਨੇ ਇਹਨਾਂ ਦੀ ਸੁਪਰਵਿਜ਼ਨ ਦੇ ਅੰਡਰ ਫਿਜ਼ੀਓਥੈਰੇਪੀ ਸੈਸ਼ਨਸ ਵੀ ਚੱਲਦੇ ਆ। ਇੱਥੇ ਟੋਟਲ ਫ੍ਰੀ ਆਫ ਕੋਸਟ ਚੱਲਦੇ ਨੇ। ਆਦਮੀ ਦੇ ਅੰਦਰ ਆਦਮੀ ਦਾ ਦਰਦ ਪੈਦਾ ਹੋ ਜਾਏ ਨਾ, ਤਾਂ ਸਮਝੋ ਅੰਦਰ ਰੱਬ ਪੈਦਾ ਹੋ ਗਿਆ। ਸਿਰਫ ਜਾਣਕਾਰੀ ਨਹੀਂ ਸੀ, ਜਾਣਕਾਰੀ ਦੇ ਅਭਾਵ ਦੇ ਵਿੱਚ ਲੱਤਾਂ ਖਰਾਬ ਕਰ ਲਈਆਂ। ਇਹਨਾਂ ਦੇ ਦੋਸਤ ਤੇ ਮਿੱਤਰ ਪਿੰਡ ਦੇ ਬਹੁਤ ਚੰਗੇ ਸੀਗੇ ਜੀ। 40 ਲੱਖ ਰੁਪਏ ਲਗਭਗ ਇਕੱਠਾ ਕਰਤਾ। 40 ਲੱਖ ਲੱਗ ਗਏ। ਹੁਣ ਡਾਕਟਰਸ ਦੇ ਉੱਪਰ ਪ੍ਰੈਸ਼ਰ ਕਿੰਨਾ ਹੁੰਦਾ ਹੈ ਕਿ 2200 ਪੇਸ਼ੈਂਟ ਇੱਕ ਡਾਕਟਰ ਦੇਖ ਰਿਹਾ। PGI ਦੇ ਡਾਕਟਰਸ ਦੇ ਉੱਪਰ ਇੰਨਾ ਜ਼ਿਆਦਾ ਪ੍ਰੈਸ਼ਰ ਹੈ। ਮੇਰਾ ਨਾਮ ਸਵਰਨਜੀਤ ਸਿੰਘ ਹੈ ਜੀ। ਅਸੀਂ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਇਸ ਨਾਮ ਤੋਂ ਇੱਕ ਸੰਸਥਾ ਚਲਾਉਂਦੇ ਹਾਂ ਜ਼ਿਲ੍ਹਾ ਮੋਹਾਲੀ ਦੇ ਵਿੱਚ, ਜਿਸ ਦੇ ਬਾਰੇ ਮੋਹਾਲੀ ਐਡਮਿਨਿਸਟ੍ਰੇਸ਼ਨ ਨੂੰ ਚੰਗੀ ਤਰ੍ਹਾਂ ਜਾਣਕਾਰੀ ਹੈ। ਅਸੀਂ ਸਪਾਈਨਲ ਕੋਰਡ ਪੇਸ਼ੈਂਟ ਜੋ ਕਿ ਪਿੰਡਾਂ ਦੇ ਵਿੱਚ ਜਾਣਦੇ ਹਾਂ ਕਿ ਰੀੜ੍ਹ ਦੀ ਹੱਡੀ ਟੁੱਟ ਗਈ ਜਾਂ ਨਾੜ ਦੱਬ ਗਈ ਜਾਂ ਨਸ ਦੱਬ ਗਈ, ਇਸ ਤਰ੍ਹਾਂ ਦੇ ਮਰੀਜ਼ਾਂ ਦੀ ਸੇਵਾ ਸਹਿਯੋਗ ਕਰਦੇ ਹਾਂ ਜਿਨ੍ਹਾਂ ਦੇ ਬਹੁਤ ਹੀ ਡੂੰਘੇ ਜ਼ਖਮ ਹੋ ਜਾਂਦੇ ਆ, ਕੀੜੇ ਪੈ ਜਾਂਦੇ ਨੇ, ਹੱਥ ਪੈਰ ਨਹੀਂ ਚੱਲਦੇ। ਅਸੀਂ ਰੀਸੈਂਟਲੀ ਚੰਨੀ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਪਾਇਆ ਸੀ ਕਿ ਸਾਨੂੰ ਜਗ੍ਹਾ ਦਿੱਤੀ ਜਾਵੇ।
ਬਟ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਮੋਹਾਲੀ ਐਡਮਿਨਿਸਟ੍ਰੇਸ਼ਨ ਦੇ ਅੱਗੇ ਵੀ ਕਈ ਵਾਰ ਦਰਖਾਸਤ ਦੇ ਚੁੱਕੇ ਹਾਂ। ਅਸੀਂ ਆਸ-ਪਾਸ ਦੀਆਂ ਜੋ ਪੰਚਾਇਤਾਂ ਨੇ ਪਿੰਡ ਦੀਆਂ, ਉਹਨਾਂ ਅੱਗੇ ਬਹੁਤ ਵਾਰ ਬੇਨਤੀ ਪੱਤਰ ਦੇ ਚੁੱਕੇ ਹਾਂ, ਬਟ ਕੋਈ ਕਿਸੇ ਪਿੰਡ ਦੀ ਪੰਚਾਇਤ ਅੱਗੇ ਆ ਕੇ ਸਾਡੇ ਨਾਲ ਸੇਵਾ ਸਹਿਯੋਗ 'ਚ ਹਿੱਸਾ ਨਹੀਂ ਪਾ ਸਕੀ ਹੈ ਨਾ। ਸਾਡੇ ਕੋਲ ਪੇਸ਼ੈਂਟਸ ਦੀ ਬਹੁਤ ਲੰਬੀ ਫਹਿਰਿਸਤ ਹੈ ਜੋ ਕਿ ਸਾਲੋਂ ਸਾਲ ਤੋਂ ਘਰਾਂ ਦੇ ਵਿੱਚ ਬੰਦ ਨੇ, ਕਮਰਿਆਂ ਦੇ ਵਿੱਚ ਬੰਦ ਨੇ, ਜਿਨ੍ਹਾਂ ਨੇ ਧੁੱਪ ਵੀ ਦੇਖੇ ਹੋਏ 5-5 ਸਾਲ 10-10 ਸਾਲ ਹੋ ਗਏ ਹੈ। ਇਸ ਤਰ੍ਹਾਂ ਦੇ ਮਰੀਜ਼ਾਂ ਦੀ ਸੇਵਾ ਸਹਿਯੋਗ ਚੱਲਦਾ ਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸਾਨੂੰ ਜ਼ਮੀਨ ਦੇ ਲਈ ਸੇਵਾ ਸਹਿਯੋਗ ਕੀਤਾ ਜਾਵੇ। ਇਹ ਅਸੀਂ ਕੋਈ ਆਪਣੀ ਪਰਸਨਲ ਕੋਠੀਆਂ ਨਹੀਂ ਪਾਣੀਆਂ, ਅਸੀਂ ਇਸ ਤਰ੍ਹਾਂ ਦੀ ਇੱਕ ਆਸ਼ਰਮ ਬਣਾਉਣਾ ਚਾਹੁੰਦੇ ਹਾਂ ਜਿਸ ਦੇ ਵਿੱਚ ਇਹਨਾਂ ਪੇਸ਼ੈਂਟ ਦਾ ਸੇਵਾ ਸਹਿਯੋਗ ਹੋ ਸਕੇ। ਜੀ ਬਿਲਕੁਲ, ਪਿੰਗਲਵਾੜੇ ਦੀ ਤਰਜ਼ ਤੇ ਕਰਨਾ ਚਾਹੁੰਦੇ ਹਾਂ। ਪਿੰਗਲਵਾੜੇ ਦੇ ਵਿੱਚ MR ਪੇਸ਼ੈਂਟ ਔਰ ਡੈਸਟੀਟਿਊਟ ਪੇਸ਼ੈਂਟਸ ਦੀ ਸੇਵਾ ਸਹਿਯੋਗ ਕੀਤੀ ਜਾਂਦੀ ਹੈ। ਮੇਰਾ ਯਕੀਨ ਮੰਨੋ, ਸਪਾਈਨਲ ਕਾਰਡ ਪੇਸ਼ੈਂਟਸ ਜੋ ਬੈੱਡ ਸੋਰਸ ਹੁੰਦੇ ਆ, ਉਹਨਾਂ ਦੀ ਆਲ ਓਵਰ ਇੰਡੀਆ 'ਚ ਕੋਈ ਸੇਵਾ ਨਹੀਂ ਹੋ ਪਾ ਰਹੀ। ਇਹ ਪ੍ਰਮਾਤਮਾ ਨੇ ਬਲ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਦੇ ਮੈਂਬਰਸ ਨੂੰ ਹੀ ਬਖਸ਼ਿਆ। ਇਹ ਜੋ ਸੇਵਾ ਹੈ ਇਹ ਸਾਨੂੰ ਹੀ, ਸਾਡੇ ਝੋਲੀ ਹੀ ਪਈ ਹੈ ਨਾ। ਸੋ ਅਸੀਂ ਇਸ ਦੇ ਵਿੱਚ ਸੇਵਾ ਸਹਿਯੋਗ ਕਰਦੇ ਹੋਏ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਉਸ ਦੇ ਲਈ ਸਾਨੂੰ ਇੱਕ ਲੈਂਡ ਦੀ ਜ਼ਰੂਰਤ ਹੈ ਜਿਸ ਦੇ ਵਿੱਚ ਇਸ ਤਰ੍ਹਾਂ ਦੀ ਬਿਲਡਿੰਗ ਬਣਾਈ ਜਾ ਸਕੇ, ਜਿਸ ਦੇ ਵਿੱਚ ਇਹਨਾਂ ਪੇਸ਼ੈਂਟ ਦੇ ਲਈ ਸੇਵਾ ਸਹਿਯੋਗ ਕੀਤਾ ਜਾ ਸਕੇ। ਜੀ ਨਹੀਂ, CM ਸਾਹਿਬ ਕਦੇ ਆਏ ਨਹੀਂ ਹੈਗੇ। ਅਸੀਂ ਜਦ ਪਹਿਲਾਂ ਸਰਕਾਰ ਸੀਗੀ, ਅਸੀਂ ਜੋ ਹੈਲਥ ਮਿਨਿਸਟਰ ਸੀਗੇ ਸਰਦਾਰ ਬਲਬੀਰ ਸਿੰਘ ਸਿੱਧੂ, ਉਹਨਾਂ ਕੋਲ ਗਏ ਸੀ, ਬਟ ਕਿਸੇ ਕਾਰਨਵਸ਼ ਉਹ ਵੀ ਨਹੀਂ ਆ ਪਾਏ। ਔਰ ਚੰਨੀ ਸਾਹਿਬ ਨੂੰ ਵੀ ਅਸੀਂ 20 ਕੁ ਦਿਨ ਪਹਿਲਾਂ ਲਗਭਗ ਮੰਗ ਪੱਤਰ ਪਾਇਆ ਜੇ ਉਹ ਇੱਕ ਫੇਰਾ ਪਾ ਸਕਣ, ਬਟ ਨਹੀਂ ਆ ਸਕੇ ਜੀ ਉਹ। ਜੀ ਬਿਲਕੁਲ, ਜੇ CM ਸਾਹਿਬ ਆਪ ਆ ਕੇ ਦੇਖ ਸਕਣ ਕਿ ਕਿਸ ਤਰੀਕੇ ਦੀ ਸੇਵਾ ਸਹਿਯੋਗ ਚੱਲ ਰਹੀ ਹੈ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ। ਮੋਹਾਲੀ ਦੇ ਪਿੰਡ ਰਤਵਾੜਾ ਦੇ ਵਿੱਚ ਅਸੀਂ ਪਹੁੰਚੇ ਹਾਂ, ਜਿੱਥੇ ਮਾਨਵਤਾ ਦੀ ਬਿਲਕੁਲ ਜਿਵੇਂ ਕਹਿ ਲਓ ਕਿ ਸੱਚੀ ਸੁੱਚੀ ਸੇਵਾ ਇੱਕ ਇੱਥੇ ਕੀਤੀ ਜਾ ਰਹੀ ਹੈ। ਮਤਲਬ ਕੋਈ ਮੰਦਿਰ, ਗੁਰਦੁਆਰਾ, ਮਸਜਿਦ ਨਹੀਂ ਇੱਥੇ। ਮਰੀਜ਼ਾਂ ਦੀ ਜਿਹੜੇ ਜ਼ਿੰਦਗੀ ਤੋਂ ਹਾਰ ਚੁੱਕੇ, ਵੱਖ-ਵੱਖ ਹਸਪਤਾਲਾਂ 'ਚ ਲੱਖਾਂ ਰੁਪਇਆ ਲਾ ਕੇ, 15-15, 20-20 ਲੱਖ ਰੁਪਇਆ ਲਾ ਕੇ ਹੰਭ ਚੁੱਕੇ ਆ ਜ਼ਿੰਦਗੀ ਨੂੰ। ਮੌਤ ਜ਼ਿੰਦਗੀ ਦੀ ਲੜਾਈ ਲੜ ਕੇ ਫਿਰ ਉਹ ਆਪਣੀ ਬੇਆਸ ਕਰ ਚੁੱਕੇ। ਅਸੀਂ ਅੱਜ ਇੱਥੇ ਰਤਵਾੜਾ ਪਿੰਡ ਦੇ ਵਿੱਚ ਪਹੁੰਚੇ, ਜਿੱਥੇ ਇਹੋ ਜਿਹੇ ਮਰੀਜ਼ਾਂ ਦੀ ਸੇਵਾ ਕੀਤੀ ਜਾਂਦੀ ਹੈ, ਨਿਸ਼ਕਾਮ ਸੇਵਾ, ਰੋਟੀ ਪਾਣੀ, ਦਵਾਈ। ਅਤੇ ਜਿਵੇਂ ਅਸੀਂ ਤੁਹਾਨੂੰ ਦੱਸਿਆ ਪਹਿਲਾਂ ਵੀ, ਪਿੰਡ ਪੈਂਤਪੁਰ 'ਚ ਵੀ ਇੱਦਾਂ ਦਾ ਇੱਕ ਜਿਹੜੀ ਸੇਵਾ ਚੱਲ ਰਹੀ ਹੈ ਇਸੇ ਹੀ ਸੇਵਾਦਾਰਾਂ ਵੱਲੋਂ। ਅਤੇ ਹੁਣ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇੱਥੇ ਇੱਕ ਬੱਚੀ ਹੈ ਛੋਟੀ ਜੀ ਸਾਡੇ ਕੋਲ। ਕੀ ਨਾਮ ਹੈ ਬੇਟਾ? ਸੋਨੀਆ ਨਾਮ ਦੀ ਇਹ ਛੋਟੀ ਜੀ ਬੱਚੀ ਹੈ, ਅਤੇ ਦੇਖਣ ਨੂੰ ਕਿੰਨਾ ਪਿਆਰਾ ਕਿਊਟ ਬੱਚਾ। ਅਤੇ ਟਿਊਮਰ ਦੀ ਪ੍ਰੋਬਲਮ ਹੈ, ਅਤੇ ਟਿਊਮਰ ਇੰਨਾ ਵੱਧ ਚੁੱਕਿਆ ਪੈਸੇ ਦੀ ਵਜ੍ਹਾ ਕਰਕੇ। ਔਰ ਦੇਖੋ, ਜਿਵੇਂ ਅਸੀਂ ਬੱਚੀ ਦਾ ਟਿਊਮਰ ਇੰਨਾ ਵੱਧ ਗਿਆ ਕਿ ਮਤਲਬ ਮਾਂ ਬਾਪ ਇਹਨੂੰ ਕਿਸੇ ਆਸ਼ਰਮ 'ਚ ਛੱਡਣ ਵਾਸਤੇ ਮਜਬੂਰ ਹੋ ਗਏ ਸੀਗੇ। ਲੇਕਿਨ ਇਸ ਬੱਚੇ ਦੀ ਐਕਟਿਵਨੈਸ ਨੂੰ ਦੇਖ ਕੇ ਲੱਗਦਾ ਕਿ ਵੀ ਇੱਦਾਂ ਦੇ ਬੱਚਾ ਅਗਰ ਠੀਕ ਹੋ ਗਿਆ ਤਾਂ ਇਹ ਵੀ ਬੱਚਾ ਉੱਡਣਾ ਚਾਹੁੰਦਾ ਦੁਨੀਆ 'ਚ। ਪਰਮਾਤਮਾ ਦੇ ਰੰਗ ਨੇ। ਸੋ ਅਸੀਂ ਬੱਚੀ ਦੇ ਫਾਦਰ ਸਾਡੇ ਨਾਲ ਇੱਥੇ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ ਹਾਂ ਕਿਵੇਂ ਪ੍ਰੋਬਲਮ ਸ਼ੁਰੂ ਹੋਈ, ਕੀ ਹੋਇਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਸਰ ਸ਼ੁਭ ਨਾਮ ਕੀ ਹੈ ਜੀ? ਕ੍ਰਿਸ਼ਨ ਸਿੰਘ ਹੈ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਡੋਡੀਆਂ ਪਿੰਡ ਹੈ ਜੀ, ਸੰਗਰੂਰ ਜ਼ਿਲ੍ਹਾ ਜੀ। ਅਤੇ ਕੰਮ ਕਾਰ ਕੀ ਕਰਦੇ ਤੁਸੀਂ? ਮਜ਼ਦੂਰੀ ਕਰ ਰਹੇ ਜੀ। ਮਜ਼ਦੂਰੀ। ਅਤੇ ਬੱਚੀ ਦਾ ਇਹਨੂੰ ਪ੍ਰੋਬਲਮ ਕੀ ਹੋਈ ਔਰ ਕਦੋਂ ਤੋਂ ਸ਼ੁਰੂ ਹੋਈ? ਇਹ ਜੰਮਣ ਤੋਂ ਹੀ ਸ਼ੁਰੂ ਹੈ ਜੀ। ਅੱਛਾ ਜੀ, ਜਮਾਂਦਰੂ ਹੀ? ਜਮਾਂਦਰੂ ਹੀ ਹੈ ਜੀ। ਅੱਛਾ ਜੀ। ਉਸੇ ਟਾਈਮ ਜਨਮ ਹੋਣ ਸਾਰ ਸਾਨੂੰ ਚੁਕਾਤਾ ਸੀਗਾ ਮਾਨਸਾ ਜ਼ਿਲ੍ਹੇ 'ਚ ਹੋਏ ਸੀ ਇਹਨਾਂ ਦਾ ਹਸਪਤਾਲ 'ਚ। ਅਤੇ ਉੱਥੋਂ ਬਾਅਦ ਅਸੀਂ ਅੱਜ ਤੱਕ ਇਹਨੂੰ ਚੱਕੀ ਫਿਰਦੇ ਹਾਂ, ਕਿਤੇ ਇਲਾਜ ਨਹੀਂ ਹੋਇਆ ਜੀ। ਪਹਿਲਾਂ ਜਦੋਂ ਬਚਪਨ 'ਚ ਜਨਮ ਹੋਇਆ ਤਾਂ ਉਦੋਂ ਕਿੰਨਾ ਕੁ ਸੀਗਾ? ਉਦੋਂ ਛੋਟਾ ਜਿਹਾ ਸੀਗਾ, ਬਿਲਕੁਲ ਇੰਨਾ ਕੁ ਜੀ। ਅੱਛਾ ਜੀ। ਹਾਂਜੀ। ਅਤੇ ਫਿਰ ਕਿਵੇਂ ਪਤਾ ਲੱਗਿਆ ਕਿ ਟਿਊਮਰ ਦੀ ਸ਼ੇਪ ਲੈ ਗਿਆ, ਕਿਸ ਤਰ੍ਹਾਂ ਹੋਇਆ? ਇਹ ਜੀ ਮੈਂ ਸ਼ੁਰੂ ਤੋਂ ਹੀ PGI ਲੈ ਕੇ 8 ਦਿਨਾਂ ਦੀ ਸੀ ਜਦੋਂ ਮੈਂ PGI ਲੈ ਕੇ ਆਈ ਜੀ। ਅੱਛਾ ਜੀ। ਹਾਂਜੀ, ਉਦੋਂ ਤੋਂ 4 ਦਿਨਾਂ ਦੀ ਜਦੋਂ ਮੈਂ ਰਜਿੰਦਰਾ ਹਸਪੀਟਲ ਲੈ ਕੇ ਆਈ ਜੀ। ਉੱਥੇ ਡਾਕਟਰ ਸੀਗਾ ਜੀ ਅਸ਼ੋਕ ਸ਼ਰਮਾ ਜੀ। ਉਹਨਾਂ ਨੇ ਦੇਖ ਕੇ ਜਵਾਬ ਦੇ ਦਿੱਤਾ, ਬੇਟੇ ਵੀ ਮੇਰੀ ਸਮਝ 'ਚੋਂ ਬਾਹਰ, ਇਹਨੂੰ PGI ਲੈ ਜਾਓ। ਅੱਛਾ ਜੀ। ਫਿਰ 8 ਦਿਨਾਂ ਦੇ ਨੂੰ ਇਹਨੂੰ ਮੈਂ PGI ਲੈ ਕੇ ਆਇਆ ਸੀ ਜੀ। PGI 2.5 ਸਾਲ 3 ਸਾਲ ਫਿਰਦਾ ਰਿਹਾ ਜੀ ਮੈਂ ਲਈ। ਪਰ ਮੈਨੂੰ ਉਹਨਾਂ ਨੇ 3 ਸਾਲ ਦੇ ਵਿੱਚ ਕਿਹਾ ਇੱਕ ਵਾਰੀ ਆਪਰੇਸ਼ਨ ਨੂੰ ਮੈਨੂੰ ਫੋਨ ਕੀਤਾ ਜੀ, ਤਾਂ ਉਹਨਾਂ ਘੱਟੋ ਘੱਟ 10,000 ਰੁਪਏ ਦਾ ਸਮਾਨ ਚਾਹੀਦਾ ਸਾਨੂੰ ਆਪਰੇਸ਼ਨ ਦਾ। ਅਤੇ ਉਸ ਤੋਂ ਬਾਅਦ ਵੀ 10,000 ਰੁਪਇਆ ਤੇਰੇ ਕੋਲ ਜਮ੍ਹਾਂ ਹੋਣਾ ਚਾਹੀਦਾ ਵੀ ਇੱਥੇ ਤੈਨੂੰ ਕੌਣ ਜਾਣਦਾ, ਡਾਕਟਰ ਬੋਲੇ। ਜਿਵੇਂ ਇੱਥੋਂ ਪੈਸੇ ਦੀ ਵਜ੍ਹਾ ਤੋਂ ਨਾ ਮੈਂ ਲੇਟ ਹੋ ਗਿਆ, ਡਾਕਟਰ ਮੈਨੂੰ ਬੋਲਿਆ ਕਿ ਤੁਸੀਂ ਵੀ ਕਹਿੰਦਾ ਗੁਰਦੁਆਰਿਆਂ 'ਚ ਰੋਟੀਆਂ ਖਾਂਦੇ ਫਿਰਦੇ ਰਹਿੰਦੇ ਹੋ। ਅੱਛਾ ਜੀ। ਹਾਂਜੀ। ਅਤੇ
ਫਿਰ ਪੀਜੀਆਈ ਨੇ ਤੁਹਾਡੀ ਕੋਈ ਹੈਲਪ ਨਹੀਂ ਕਰਨ ਦੀ ਕੋਸ਼ਿਸ਼ ਕੀਤੀ? ਇੱਕ ਪੀਜੀਆਈ ਕੋਲ ਇੱਕ ਪੂਅਰ ਪੇਸ਼ੈਂਟ ਫੰਡ ਹੁੰਦਾ ਗਰੀਬਾਂ ਦੀ ਮਦਦ ਲਈ, ਉਹਦੇ ਵਿੱਚੋਂ ਕਦੇ ਕਿਸੇ ਡਾਕਟਰ ਨੇ ਕੋਈ ਸੁਜੈਸ਼ਨ ਨਹੀਂ ਦਿੱਤੀ ਵੀ ਬੱਚੇ ਦਾ ਇਲਾਜ ਤੁਸੀਂ ਇਸ ਫੰਡ ਚੋਂ ਕਰਾ ਸਕਦੇ ਹੋ? ਨਾ ਜੀ। ਤੇ ਫਿਰ ਇੱਥੇ ਕਿਵੇਂ ਤੁਸੀਂ ਕੇਂਦਰ 'ਚ ਕਿਵੇਂ ਪਹੁੰਚੇ ਇੱਥੇ? ਜੀ ਮੇਰੇ ਸਾਈਡ ਤੋਂ ਬੰਦਾ ਸੀਗਾ ਇੱਕ ਇੱਥੇ ਆਇਆ ਹੋਇਆ ਜੀ। ਅੱਛਾ ਜੀ। ਹਾਂਜੀ, ਉਹ ਮਿਲ ਗਿਆ ਜੀ ਮੈਨੂੰ ਜੀ। ਤਾਂ ਉਸਨੇ ਮੈਨੂੰ ਇੱਥੇ ਦੱਸਿਆ ਜਾਣ ਬਾਰੇ, ਵੀਰ ਜੀ ਨਾਲ ਗੱਲ ਕੀਤੀ ਜੀ। ਤੇ ਮੈਨੂੰ ਇੱਥੇ ਭੇਜਿਆ ਜੀ ਉਹਨਾਂ ਹੁਣ ਇੱਥੇ ਬੱਚਾ ਕਿੰਨੀ ਕੁ ਦੇਰ ਤੋਂ ਇੱਥੇ? ਇੱਥੇ 1.5 ਮਹੀਨੇ ਤੋਂ ਆ ਜੀ। ਓਕੇ। ਤੇ ਹੁਣ ਜਿਹੜਾ ਤੁਸੀਂ ਇੱਥੇ ਕਿਸ ਤਰ੍ਹਾਂ ਦਾ ਮਤਲਬ ਮਹਿਸੂਸ ਕਰ ਰਹੇ ਹੋ ਕਿ ਬੱਚਾ ਠੀਕ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ। ਜੀ। ਕਾਫੀ ਜ਼ਖਮ, ਐਡਾ ਵੱਡਾ ਜ਼ਖਮ ਸੀਗਾ ਜੀ, ਉਹ ਛੋਟਾ ਰਹਿ ਗਿਆ ਹੁਣ। ਜੀ, ਮਤਲਬ ਪਿੱਠ ਤੇ ਜ਼ਖਮ ਹੋ ਗਏ ਸੀਗੇ? ਹਾਂਜੀ ਹਾਂ, ਸਾਈਡ ਤੇ ਨੀਚੇ ਜ਼ਖਮ ਹੈ ਜੀ ਇਹਨਾਂ ਦੀ। ਅੱਛਾ ਜੀ। ਹਾਂਜੀ, ਇਹਨਾਂ ਕਾਫੀ ਇੰਨਾ ਗਹਿਰਾ ਸੀਗਾ ਜੀ। ਅੱਛਾ ਜੀ। ਕੀੜੇ ਪੈਣ ਵਾਲਾ ਕੰਮ ਹੋ ਗਿਆ ਸੀਗਾ ਜੀ। ਜੀ। ਮਹੀਨਾ 20 ਦਿਨ ਹੋਰ ਨਾ ਅੰਦਰ ਕੀੜੇ ਪੈ ਜਾਂਦੇ। ਤੇ ਫਿਰ ਤੁਸੀਂ ਜਿਵੇਂ ਪਹਿਲਾਂ ਦੱਸਿਆ ਕਿ ਵੀ ਇਹਦੇ ਬਾਰੇ ਬੱਚੇ ਦਾ ਜਦੋਂ ਇਲਾਜ ਨਹੀਂ ਹੋਇਆ ਫਿਰ ਤੁਸੀਂ ਕਿਆ ਸੋਚਿਆ ਸੀਗਾ ਵੀ ਹੁਣ ਜਦੋਂ ਪੀਜੀਆਈ ਵੀ ਹੰਭ ਗਏ? ਅਸੀਂ ਛੱਡਣ ਬਾਰੇ ਸੋਚਿਆ ਜੀ। ਇਹਨਾਂ ਦੀ ਮੰਮੀ ਕਹਿ ਰਹੀ ਵੀ ਇਹਨੂੰ ਵੀ ਜਾਂ ਤਾਂ ਅੰਮ੍ਰਿਤਸਰ ਛੱਡਿਓ ਜੀ, ਪਿੰਗਲਵਾੜੇ, ਜਾਂ ਸੰਗਰੂਰ ਛੱਡਿਓ ਜੀ। ਅੱਛਾ ਜੀ। ਵੀ ਉਹਨੂੰ ਛੱਡਿਓ। ਮਤਲਬ ਇੰਨੀ ਨੌਬਤ ਆ ਗਈ ਸੀਗੀ ਕਿ ਹੁਣ ਮਤਲਬ ਇੱਥੇ ਠੀਕ ਠਾਕ ਹੈ? ਹਾਂਜੀ ਹਾਂ, ਇੱਥੇ ਬਹੁਤ ਠੀਕ ਹੈ ਜੀ। ਜੀ। ਸੋ ਬੱਚੀ ਦੀ ਹਾਲਤ ਔਰ ਬੱਚੀ ਦੀ ਐਕਟਿਵ, ਜਿੰਨੀ ਚੁਸਤ ਐਕਟਿਵ ਹੈਗੀ ਆ ਉਹਨੂੰ ਦੇਖ ਕੇ ਨਹੀਂ ਲੱਗਦਾ ਕਿ ਵੀ ਹੈ ਨਹੀਂ। ਹਾਂਜੀ। ਪੜ੍ਹਦੀ ਹੈ ਬੱਚੀ? ਹਾਂਜੀ ਹਾਂ, ਪੜ੍ਹਦੀ ਹੈ ਜੀ, ਬਹੁਤ ਵਧੀਆ ਜੀ। ਕਿਹੜੀ ਕਲਾਸ 'ਚ ਪੜ੍ਹਦੀ ਹੈ? ਇਹ 4th ਕਲਾਸ 'ਚ ਪੜ੍ਹਦੀ ਹੈ ਜੀ। ਸੋਨੀਆ ਕਿਹੜੀ ਕਲਾਸ 'ਚ ਪੜ੍ਹਦੇ ਹੋ ਰਾਜੇ? 4th ਕਲਾਸ 'ਚ। ਵਧੀਆ ਪੜ੍ਹਾਈ ਜੀ ਕਰਦਾ ਪੜ੍ਹਨੇ ਨੂੰ ਨਾ? ਸਕੂਲ ਜਾਣ ਨੂੰ ਜੀ ਕਰਦਾ? ਜੀ। ਇਹ ਡਾਕਟਰ ਬਣਨਾ ਚਾਹੁੰਦੇ ਨੇ, ਡਾਕਟਰ ਸੋਨੀਆ। ਅੱਛਾ ਜੀ। ਕੀ ਬਾਤ ਹੈ। ਦੇਖੋ ਬੱਚੀ ਹੈ ਜੀ, ਇਹ ਡਾਕਟਰ ਸੋਨੀਆ ਬਣਨਾ ਚਾਹੁੰਦੀ ਹੈ। ਆਪਣਾ ਨਾਮ ਜੋ ਰਾਈਟ ਕਰਦੇ ਹੋ ਡਾਕਟਰ ਸੋਨੀਆ ਕਰ ਰਹੀ ਹੈ ਜੀ। ਪਰ ਬਿਮਾਰੀ ਨੇ, ਸਮੱਸਿਆ ਨੇ, ਕਿੰਨੀ ਵੱਡੀ ਸਮੱਸਿਆ ਨੇ ਪਰਿਵਾਰ ਨੂੰ ਕਿੱਥੇ ਤੱਕ, ਗਰੀਬ ਪਰਿਵਾਰ ਨੂੰ ਕਿੱਥੇ ਤੱਕ ਪਹੁੰਚਾਤਾ, ਇਹ ਆਪਾਂ ਦੇਖ ਰਹੇ ਹਾਂ ਇੱਥੇ ਬੱਚੀ ਦੀ ਪੋਜੀਸ਼ਨ। ਔਰ ਇਹੋ ਜਿਹੇ ਮਰੀਜ਼ਾਂ ਦੀ ਇੱਥੇ ਸੇਵਾ ਕਰਦੇ ਨਜ਼ਰ ਆ ਰਹੇ ਹਾਂ। ਔਰ ਅਸੀਂ ਤੁਹਾਨੂੰ ਹੋਰ ਵੀ ਹੈਗੇ ਆਪਣੇ ਪੇਸ਼ੈਂਟ ਇੱਥੇ ਜੀ। ਮਾਤਾ ਜੀ ਆਪਣਾ ਪੂਰਾ ਨਾਮ ਕੀ ਹੈ ਜੀ? ਰਾਜਕੌਰ ਵਿੱਚ। ਰਾਜਕੌਰ। ਹਾਂਜੀ। ਕਿੱਥੋਂ ਦੇ ਰਹਿਣ ਵਾਲੇ ਜੀ ਤੁਸੀਂ? ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲਾ ਜੀ। ਕੀ ਪ੍ਰੋਬਲਮ ਹੋਈ ਤੁਹਾਨੂੰ? ਬਸ ਮੈਂ ਗਿਰ ਗਈ ਸੀ, ਬਸ ਗਿਰ ਕੇ ਲੱਤਾਂ ਜੁੜ ਗਈਆਂ ਨੇ, ਗੋਡੇ। ਅੱਛਾ ਜੀ। ਕਿੰਨੀ ਦੇਰ ਪਹਿਲਾਂ? 2 ਸਾਲ ਹੋ ਗਏ ਨੇ। 2 ਸਾਲ। ਹਾਂਜੀ। ਤੇ ਫਿਰ ਇਲਾਜ ਕਿੱਥੋਂ ਕਰਵਾਇਆ ਤੁਸੀਂ? ਇਲਾਜ ਤਾਂ ਬੜੀਆਂ ਥਾਵਾਂ ਕਰਵਾਇਆ ਪਰ ਕਿਤੋਂ ਆਰਾਮ ਨਹੀਂ ਵੀਰ ਜੀ ਆਇਆ। ਕਿਸੇ ਨੇ ਪੱਟੀ ਲਾ ਦੇਣੀ, ਪੈਸਾ ਲੈ ਲੈਣਾ, ਪੱਟੀ ਲਾ ਦੇਣੀ, ਬਸ 500 ਲੈ ਲਿਆ, 400 ਲੈ ਲਿਆ, ਬਸ ਫਰਕ ਕਿਤੇ ਨਹੀਂ ਪਿਆ। ਅੱਛਾ ਜੀ। ਬਸ ਇੱਥੇ ਆ ਕੇ ਥੋੜਾ ਜਿਹਾ ਆਰਾਮ ਨੇ। ਤੇ ਹਸਪਤਾਲ 'ਚ ਕਿਸੇ 'ਚ ਗਏ, ਕਿਸੇ 'ਚ ਵੱਡੇ 'ਚ? ਨਹੀਂ, ਪੈਸੇ ਦੀ ਪ੍ਰੋਬਲਮ ਕਰਕੇ ਨਹੀਂ ਕਿਤੇ ਗਏ। ਅੱਛਾ ਜੀ। ਤੇ ਮਤਲਬ ਫਿਰ ਇੱਥੇ ਹੁਣ ਕਿਸ ਤਰ੍ਹਾਂ ਮਹਿਸੂਸ ਕਰ ਰਹੇ? ਠੀਕ ਵੀਰ ਜੀ, ਆਉਂਦੇ ਨੇ ਦੀਦੀਆਂ, ਆਉਂਦੀਆਂ ਨੇ ਜੀ। ਸੈਜ ਕਰਾਉਂਦੇ ਉਹਨਾਂ ਨਾਲ ਫਰਕ ਹੈ। ਅੱਛਾ ਜੀ। ਮਤਲਬ ਇਹ ਖੁਦ ਸੈਰ ਕਰਾਉਂਦੇ ਬੱਚੇ ਜਿਹੜੇ ਇੱਥੇ ਸੇਵਾਦਾਰ ਹੈ? ਹਾਂਜੀ, ਬਹੁਤ ਬਹੁਤ ਸੇਵਾ ਕਰਦੇ ਨੇ। ਠੀਕ ਹੈ ਜੀ। ਸਭ ਕੁਝ ਠੀਕ ਹੈ। ਉਹ ਦੀਦੀ ਦਵਾਈ ਦਿੰਦੀ ਜਿਹੜੀ, ਉਹ ਵੀ ਬਹੁਤ ਵਧੀਆ ਹੈ। ਰੋਟੀ ਪਾਣੀ ਬਹੁਤ ਅੱਛਾ ਹੁੰਦਾ ਸਾਨੂੰ। ਜੀ। ਬਹੁਤ ਸੇਵਾ ਸਫਾਈ। ਤੇ ਖਰਚਾ ਵਗੈਰਾ ਫਿਰ ਕਿਵੇਂ ਬੇਅਰ ਕਰਦੇ, ਕਿਵੇਂ ਫਿਰ ਕਰਦੇ ਇੱਥੇ ਵੀ ਤੁਸੀਂ? ਖਰਚਾ ਇੱਥੇ ਸਭ ਕੁਝ ਫ੍ਰੀ ਹੈ। ਓਕੇ। ਇੱਥੇ ਸਾਰਾ ਕੁਝ ਫ੍ਰੀ ਚੱਲ ਰਿਹਾ ਔਰ ਮਤਲਬ ਤੁਸੀਂ ਠੀਕ ਹੈ ਸਾਰਾ? ਹਾਂਜੀ, ਠੀਕ। ਤੇ ਤੁਹਾਡੇ ਹੋਰ ਬੱਚੇ ਵਗੈਰਾ ਘਰ ਕੌਣ? ਇੱਕ ਬੇਟਾ ਹੈ। ਹਾਂਜੀ। ਅੱਛਾ ਜੀ। ਤੇ ਉਹ ਇੱਥੇ ਫਿਰ ਆਉਂਦੇ ਜਾਂਦੇ ਹੋਣੇ, ਫਿਰ ਉਹ ਮਰਦੇ? ਉਹ ਵੀ ਘਰ ਥੋੜੀ ਜਿਹੀ ਮਜਬੂਰੀ ਕਰਕੇ ਨਹੀਂ ਆਏ ਸੀ। ਜੀ। ਹਾਂਜੀ। ਮਤਲਬ ਇੱਥੇ ਆ ਕੇ ਤੁਹਾਨੂੰ ਅਸੀਂ ਠੀਕ ਠਾਕ। ਇੱਕ ਜਿਹੜੀ ਦਿਮਾਗੀ ਸਕੂਨ ਜਾਂ ਸਰੀਰਕ ਬਿਮਾਰੀ ਤੋਂ ਜਿਹੜਾ ਰਿਲੀਫ ਮਿਲ ਰਿਹਾ, ਆਰਾਮ ਮਿਲ ਰਿਹਾ? ਜੀ ਠੀਕ ਹੈ। ਜੀ। ਭਾਈ ਜੋ ਇਹਨਾਂ ਦੀ ਸਪਾਈਨਲ ਕਾਰਡ ਇੰਜਰੀ ਦਾ ਲੈਵਲ ਹੈ ਨਾ, ਜੀ। ਇਹ ਬੜੇ ਆਰਾਮ ਨਾਲ ਚੱਲ ਸਕਦੇ ਸੀਗੇ ਜੀ। ਜਾਂ ਸਟਿਕਸ ਨਾਲ ਜਾਂ ਬਿਨਾਂ ਸਟਿਕਸ ਤੋਂ। ਜੀ। ਸਿਰਫ ਜਾਣਕਾਰੀ ਨਹੀਂ ਸੀ, ਜਾਣਕਾਰੀ ਦੇ ਅਭਾਵ ਦੇ ਵਿੱਚ ਲੱਤਾਂ ਖਰਾਬ ਕਰ ਲਈਆਂ, ਸਿਰਫ ਜਾਣਕਾਰੀ ਦੇ ਅਭਾਵ ਦੇ ਵਿੱਚ। ਜੀ। ਮਤਲਬ ਜੇ ਉਸ ਟਾਈਮ ਤੇ ਆ ਜਾਂਦੇ, ਇਹ ਬੜੇ ਆਰਾਮ ਨਾਲ ਚੱਲ ਰਹੇ ਹੁੰਦੇ। ਉਸ ਟਾਈਮ ਤੇ ਇਹਨਾਂ ਨੂੰ ਅਗਰ ਸਹੀ ਗਾਈਡੈਂਸ ਮਿਲ ਜਾਂਦੀ, ਸਹੀ ਟ੍ਰੀਟਮੈਂਟ ਮਿਲ ਜਾਂਦਾ ਤਾਂ ਸ਼ਾਇਦ ਇਹ ਅੱਜ ਇਹ ਨੌਬਤ ਨਾ ਆਉਂਦੀ ਇਹਨਾਂ ਦੀ। ਭਾਜੀ ਟ੍ਰੀਟਮੈਂਟ ਕਿੰਨੇ ਦਾ? 20-25 ਹਜ਼ਾਰ ਰੁਪਏ ਦਾ। 20-25 ਹਜ਼ਾਰ ਰੁਪਏ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਜੀ 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 ਜੀ। ਇਹ ਜਾਣਕਾਰੀ ਦਾ ਮੁੱਲ ਹੈ ਭਾਜੀ। ਮਾਰਕੀਟ 'ਚ ਲੈਣ ਜਾਂਦੇ ਨੇ ਜਾਣਕਾਰੀ, ਲੱਖਾਂ ਰੁਪਏ ਦੀ ਵਿਕਦੀ ਹੈ ਜੀ। ਇਹ ਜਾਣਕਾਰੀ ਦਾ ਮੁੱਲ ਹੈ ਜੀ। ਤੇ ਮਾਤਾ ਜੀ ਨੂੰ ਕਿੰਨੇ ਕੁ ਦਿਨ ਹੋ ਗਏ ਇੱਥੇ ਇਹਨਾਂ ਨੂੰ? ਆਪੇ ਦੱਸ ਦਿਓ ਜੀ। 3 ਮਹੀਨੇ ਚਲੇ। 3 ਮਹੀਨੇ ਹੋ ਚੱਲੇ ਆ। ਇਹ ਬਿਨਾਂ ਬੈੱਡ ਸੋਰ ਤੋਂ ਆਏ ਸੀ। ਇਹਨਾਂ ਦੀ ਜੋ ਲੱਤਾਂ ਹੈ ਉਹ ਛਾਤੀ ਨਾਲ ਲੱਗੀਆਂ ਹੋਈ ਸੀ। ਮੈਂ ਠੀਕ ਹੈ ਜੀ? ਹਾਂਜੀ। ਛਾਤੀ ਨਾਲ ਲੱਗੀ ਹੋਈ ਸੀ ਭਾਜੀ। ਹੁਣ ਤਾਂ ਇਹ ਬਿਲਕੁਲ ਸਟ੍ਰੇਟ ਹੋ ਜਾਂਦੀਆਂ ਨੇ। ਜੀ ਜੀ ਜੀ। ਦੂਸਰੇ ਕਮਰੇ 'ਚ ਆਪਾਂ ਆਏ ਹਾਂ। ਇੱਥੇ 3
ਭੈਣਾਂ ਨੇ, ਉਹਨਾਂ ਦੇ ਹਸਬੈਂਡ ਵੀ ਇੱਥੇ ਐਡਮਿਟ ਨੇ ਇਸ ਇਹੋ ਜਿਹੀਆਂ ਸਮੱਸਿਆਵਾਂ ਨੂੰ ਲੈ ਕੇ। ਆਪਾਂ ਗੱਲ ਕਰਦੇ ਹਾਂ, ਇੱਥੇ ਮਰੀਜ਼ ਸਾਡੇ ਨਾਲ ਨੇ। ਕਿਹੜਾ ਪਿੰਡ ਹੈ ਭੈਣ ਜੀ ਆਪਣੇ? ਲੋਹਾਰ ਮਾਜਰਾ ਜੀ। ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਹਾਂਜੀ। ਤੇ ਇਹਨਾਂ ਦਾ ਨਾਮ ਕੀ ਹੈ ਮਰੀਜ਼ ਜਿਹੜੇ ਨੇ? ਅਮਰਿੰਦਰ ਸਿੰਘ। ਅੱਛਾ ਜੀ, ਤੁਹਾਡੇ ਕੀ ਲੱਗਦੇ? ਹਸਬੈਂਡ। ਅੱਛਾ ਜੀ, ਕੀ ਪ੍ਰੋਬਲਮ ਕੀ ਆਈ ਇਹਨਾਂ ਨੂੰ, ਇੱਥੇ ਦਾਖਲ ਕਿਉਂ ਹੋਣਾ ਪਿਆ ਜਿਹੜਾ ਇਸ ਤਰ੍ਹਾਂ? ਇਹਨਾਂ ਦਾ ਜੀ 4 ਸਾਲ ਹੋ ਗਏ ਜੀ, ਐਕਸੀਡੈਂਟ ਹੋਇਆ ਗਿਆ ਜੀ। ਅੱਛਾ ਜੀ। ਇਹ ਛਾਤੀ ਤੋਂ ਥੱਲੇ ਸਰੀਰ ਕੰਮ ਨਹੀਂ ਕਰਦਾ ਜੀ। ਅੱਛਾ ਜੀ। ਬਹੁਤ ਗਏ ਜੀ ਡਾਕਟਰਾਂ ਕੋਲ, ਇਹਨਾਂ ਦੇ ਬੈੱਡ ਸੋਲ ਹੋ ਗਏ ਜੀ, ਬਹੁਤ ਘੁੰਮੇ ਜੀ। ਡਾਕਟਰ ਕਹਿੰਦੇ ਵੀ ਬੈੱਡ ਸੋਲ ਠੀਕ ਹੋਣਗੇ ਫਿਰ ਇਹਨਾਂ ਦਾ ਲੱਤਾਂ ਕੰਮ ਕਰਨਗੀਆਂ ਜੀ। ਅੱਛਾ ਜੀ। ਬਹੁਤ ਘੁੰਮੇ ਜੀ ਅਸੀਂ। ਕਿੱਥੇ ਕਿੱਥੇ ਇਲਾਜ ਕਰਾਇਆ ਇਹਨਾਂ ਤੋਂ ਪਹਿਲਾਂ? ਪੀਜੀਆਈ ਜੀ। ਪੀਜੀਆਈ ਕਿੰਨੀ ਦੇਰ? 4 ਸਾਲ ਹੋ ਗਏ ਜੀ। 4 ਸਾਲ ਪੀਜੀਆਈ ਤੋਂ ਟ੍ਰੀਟਮੈਂਟ ਚੱਲਿਆ ਪਰ ਇਲਾਜ ਨਹੀਂ ਹੋਇਆ। ਹਾਂਜੀ, ਪਹਿਲਾਂ ਤਾਂ ਇਹਨਾਂ ਦਾ ਜੀ ਨੱਕ 'ਚ ਪੈਪ ਦੀ ਜੀ, ਗਲ 'ਚ ਪੈਪ ਦੀ। ਅੱਛਾ ਜੀ। ਓਕੇ ਜੀ, ਇੱਥੋਂ ਪਾਈਪ ਆਈ। ਦੰਦਾਂ ਦੀ ਸਰਜਰੀ ਹੋਈ, ਮੂੰਹ ਬੰਦ ਸੀ। ਓਕੇ, ਤੇ ਫਿਰ ਹੁਣ ਉੱਥੋਂ ਫਿਰ ਕੀ ਜਵਾਬ ਮਿਲ ਗਿਆ? ਡਾਕਟਰ ਕਹਿੰਦੇ ਕੋਈ ਨਾ ਮਾਲਿਸ਼ ਕਰੀ ਜਾਓ, ਹੌਲੀ ਹੌਲੀ ਠੀਕ ਹੋਊਗਾ। ਅੱਛਾ। ਉਹ ਸਹੀ ਇੱਕ ਦੱਸਿਆ ਨਹੀਂ ਹੈ ਵੀ ਕਿਆ ਪ੍ਰੋਬਲਮ ਹੈ ਜੀ, ਕਿਆ ਹੋਇਆ ਜੀ ਸਾਨੂੰ, ਉਹ ਦੱਸਦੇ ਨਹੀਂ ਹੈਗੇ ਸਾਨੂੰ। ਮਤਲਬ ਡਾਕਟਰ ਕਹਿੰਦੇ ਕਿ ਮਾਲਿਸ਼ ਕਰੀ ਚੱਲੋ, ਘਰ ਬੈਠ ਕੇ ਕਰੋ ਵੀ। ਉਹ ਦੱਸਦੇ ਨਹੀਂ ਹੈਗੇ ਵੀ ਤੁਹਾਨੂੰ ਕੀ ਹੋਇਆ ਕੀ ਨਹੀਂ ਹੋਇਆ। ਅੱਛਾ। ਵੀ ਤੁਹਾਨੂੰ ਕਿਆ ਹੋਇਆ, ਕਿਹੜੀ ਪ੍ਰੋਬਲਮ ਹੈ, ਜੋ ਕਿਹੜਾ ਲੈਵਲ ਆ, ਉਹ ਕੁਝ ਨਹੀਂ ਰੱਖਿਆ ਹੈਗਾ ਜੀ ਉਹਨਾਂ ਨੇ। ਓਕੇ। ਕੋਈ ਗੱਲ ਨਹੀਂ ਕਰਦੇ ਹੈਗੇ ਉਹ। ਤੇ ਫਿਰ ਤੁਸੀਂ ਛੁੱਟੀ ਕਰਾ ਕੇ ਘਰ ਆਏ ਆਪਣੇ? ਹਾਂਜੀ। ਤੇ ਓਕੇ, ਤੇ ਹੁਣ ਇੱਥੇ ਜਿਹੜਾ ਸੇਵਾ ਕੇਂਦਰ ਇੱਥੇ ਬੈਠੇ ਆ ਤੁਸੀਂ, ਇੱਥੇ ਕਿੰਨਾ ਕੁ ਆਰਾਮ ਹੈ, ਕਿੰਨਾ ਕੁ? ਇੱਥੇ ਮੇਰੀ ਇੰਨੀ ਜਗ੍ਹਾ ਨਹੀਂ, ਉਹਨਾਂ ਦੇ ਇੱਕ ਠੀਕ ਹੋ ਗਈ। ਅੱਛਾ, 3 ਜ਼ਖਮਾਂ ਚੋਂ 1 ਠੀਕ ਹੋ ਗਿਆ? ਹਾਂ, ਬਾਕੀ ਉਹ ਵੀ ਹੋ ਗਈ, ਉਹ ਵੀ 1 ਮਹੀਨੇ ਠੀਕ ਹੋ ਗਈ। ਉਹ ਐਨ ਵਧੀਆ ਸੇਵਾ ਜੀ, ਬਿਲਕੁਲ ਸਹੀ ਆ, ਕੋਈ ਖਰਚਾ ਨਹੀਂ ਹੈਗਾ ਜੀ। ਤੇ ਜਿਹੜਾ ਤੁਹਾਡੇ ਲੱਤਾਂ ਦਾ ਚੱਲਣ ਦਾ ਹੈਗਾ, ਆਹੀ ਚੱਕ ਕੇ ਮਾਰ ਗਈ। ਮਤਲਬ ਪਹਿਲਾਂ ਨਾਲੋਂ ਜ਼ੋਰ ਮਾਰਨਾ ਹੋਣ ਲੱਗ ਗਈ ਸ਼ੁਰੂ ਹੋਇਆ? ਮਤਲਬ ਜਿਹੜਾ ਕਿ ਤੁਸੀਂ ਉਦੋਂ ਕਹਿੰਦੇ ਸੀ ਵੀ ਸੁੰਨ ਪਈਆਂ ਲੱਤਾਂ ਆ, ਆਨੇ ਸੁੱਕਦੇ ਹੁਣ ਜਾਨ ਪੈਣ ਲੱਗ ਗਈ, ਸਰੀਰ 'ਚ ਵੀ ਜਾਨ ਆ ਗਈ, ਐਕਸਰਸਾਈਜ਼ ਹੁੰਦੀ ਆ, ਥੈਰੇਪੀ ਹੁੰਦੀ ਹੈਗੀ। ਅੱਛਾ, ਐਕਸਰਸਾਈਜ਼ ਕਰਾਉਂਦੇ ਆ, ਥੈਰੇਪੀ ਕਰਾਉਂਦੇ ਆ। ਓਕੇ। ਖਾਣਾ ਪੀਣਾ ਸਭ ਕੁਝ ਸਹੀ ਹੈ ਯਾਰ, ਦੇਖਭਾਲ ਪੂਰੀ ਹੋ ਗਈ ਹੈ ਤੁਸੀਂ? ਹਾਂ, ਤੇ ਤੁਸੀਂ ਕੰਮ ਕੀ ਕਰਦੇ ਹੋ ਵੈਸੇ? ਮੈਂ ਖੇਤੀਬਾੜੀ, ਮੈਂ ਇਹਨਾਂ ਜੁਆਇਨ ਹੋਣ ਲੱਗਿਆ ਸੀ ਮੈਂ ਉਹ ਖੇਤੀਬਾੜੀ ਵਿੱਚ? ਹਾਂਜੀ। ਅੱਛਾ। ਮੈਂ ਨੌਕਰੀ ਲੱਗ ਗਈ ਮੋਹਾਲੀ। ਅੱਛਾ ਜੀ। ਓਕੇ। ਐਕਸੀਡੈਂਟ ਹੋ ਗਈ ਸੀ। ਓਕੇ ਜੀ ਜੀ ਜੀ। ਹਾਂਜੀ। ਸੋ ਮਤਲਬ ਇੱਥੇ ਹੁਣ ਜਿਹੜਾ ਇੱਥੇ ਇਲਾਜ ਚੱਲਣ ਨਾਲ ਤੁਹਾਡਾ ਜਿਹੜਾ, ਤੇ ਭਾਜੀ ਫਿਰ ਇੱਥੇ ਜਿਹੜਾ ਇਲਾਜ ਕਿਸ ਤਰ੍ਹਾਂ ਚੱਲਦਾ? ਮਤਲਬ ਕੋਈ ਡਾਕਟਰਸ ਵੀ ਹੈਗੇ ਆ ਜਾਂ ਕਿਸ ਤਰ੍ਹਾਂ? ਭਾਜੀ ਜੋ ਵੀ ਡਾਕਟਰ ਸਾਹਿਬਾਨਾਂ ਦੀ ਵਿਜ਼ਿਟ ਰਹਿੰਦੀ ਉਹ ਪੀਜੀਆਈ ਚੋਂ ਫੋਲੋ ਅਪ ਲੈਂਦੇ ਆ। ਇੱਥੇ ਦੀਪਿਕਾ ਭੈਣ ਜੀ ਹੈਗੇ ਆ, ਇਹ 22 ਸਾਲ ਦੇ ਨੇ। ਇਹਨਾਂ ਦੀ ਐਡਮਿਨਿਸਟ੍ਰੇਸ਼ਨ ਔਰ ਮੈਡੀਕਲ ਕੇਅਰ ਦੇ ਅੰਡਰ ਇਹ ਸਭ ਕੁਝ ਚੱਲਦਾ ਜੀ। ਇਹਨਾਂ ਭਾਜੀ ਬਾਰੇ ਮੈਂ ਇੱਕ ਗੱਲ ਐਡ ਕਰਨਾ ਚਾਹਨਾ ਭਾਜੀ, ਬਹੁਤ ਸਾਰੇ ਮੀਡੀਆ ਸੰਸਥਾਵਾਂ ਤੋਂ ਰਿਪੋਰਟਰ ਸਾਹਿਬਾਨ ਅਲੱਗ-ਅਲੱਗ ਵੀਡੀਓਜ਼ ਬਣਾਉਂਦੇ ਆ ਜੋ ਕਿ ਬਹੁਤ ਵਾਇਰਲ ਹੋ ਜਾਂਦੇ ਆ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ ਭਾਜੀ, ਹੁਣੇ ਇੱਕ ਨੂਰਪੁਰ ਬੇਦੀ ਕੋਲ ਪਿੰਡ ਹੈ, ਕਿਸਾਨ ਮੋਰਚੇ ਤੋਂ ਮੁੰਡਾ ਮੁੜ ਰਿਹਾ ਸੀਗਾ, ਉਹਦੀ ਰੀੜ੍ਹ ਦੀ ਹੱਡੀ ਟੁੱਟ ਗਈ, ਸੀ ਲੈਵਲ ਦਾ ਪੇਸ਼ੈਂਟ ਹੈ। ਸੰਗਤ ਜੋ ਹੈ ਬਹੁਤ ਦਾਨੀ ਹੈ ਨਾ, ਸੰਗਤ ਬਹੁਤ ਦਾਨੀ ਹੈ, ਪੈਸਾ ਇਕੱਠਾ ਕਰ ਦਿੰਦੀ ਹੈ, ਪੈਸਾ ਇਕੱਠਾ ਕਰਕੇ ਉਹਨੂੰ ਦੇ ਰਹੀ ਹੈ। ਕਿਆ ਉਸ ਪੈਸੇ ਨਾਲ ਭਲਾ ਹੋ ਰਿਹਾ? ਨਹੀਂ, ਉਸ ਪੈਸੇ ਨਾਲ ਪੇਸ਼ੈਂਟ ਦਾ ਨੁਕਸਾਨ ਕਰ ਰਹੀ ਹੈ ਅਣਜਾਣੇ ਦੇ ਵਿੱਚ ਸੰਗਤ। ਇਹਨਾਂ ਦੇ ਦੋਸਤ ਤੇ ਮਿੱਤਰ ਪਿੰਡ ਦੇ ਬਹੁਤ ਚੰਗੇ ਸੀਗੇ ਜੀ। 40 ਲੱਖ ਰੁਪਏ ਲਗਭਗ ਇਕੱਠਾ ਕਰਤਾ। 40 ਲੱਖ ਲੱਗ ਗਏ ਹਨਾ, ਉਹ 40 ਲੱਖ ਰੁਪਏ ਉਹ ਆਪਣੇ ਵੱਲੋਂ ਤਾਂ ਸੇਵਾ ਦੇ ਰੂਪ ਚ ਇਕੱਠਾ ਕਰ ਰਹੇ ਆ, ਬਟ ਪਤਾ ਨਹੀਂ ਹੈ ਕਰਨਾ ਕਿਵੇਂ ਹੈ। ਮਤਲਬ ਜਿਹੜਾ 40 ਲੱਖ ਰੁਪਇਆ ਇਕੱਠਾ ਵੀ ਹੋਇਆ ਸੇਵਾ ਦੇ ਤੌਰ ਤੇ ਦੋਸਤਾਂ ਕੋਲੋਂ ਤੁਹਾਡੇ ਪਿੰਡ ਦੇ ਵਿੱਚ, ਉਹਦੇ ਨਾਲ ਉਹ ਪੈਸਾ ਸਹੀ ਨਹੀਂ ਲੱਗਿਆ ਤੇ ਪੇਸ਼ੈਂਟ ਘੁੰਮ ਕੇ ਉੱਥੇ ਹੀ ਜ਼ੀਰੋ। ਉਹ ਪੈਸਾ ਜਿਹੜਾ ਲੋਕਾਂ ਦਾ ਪੈਸਾ ਇਕੱਠਾ ਹੋਇਆ ਉਹ ਹਸਪਤਾਲਾਂ ਨੇ ਦੇ ਰਸਤੇ ਚਲੇ ਗਿਆ, ਮਰੀਜ਼ ਦੀ ਹਾਲਤ ਫਿਰ ਉੱਥੇ ਦੀ ਉੱਥੇ ਜੀ। ਜਿਹੜੇ ਮੁੰਡੇ ਨੇ ਇਹਨਾਂ ਨੂੰ ਐਕਸੀਡੈਂਟ ਮਾਰਿਆ ਉਹ ਘਸੀੜ ਕੇ ਲੈ ਕੇ ਆਪਣਾ ਨਿਕਲ ਗਿਆ ਹਨਾ, ਉਹਨੂੰ ਇਹ ਨਹੀਂ ਪਤਾ ਉਹਨੇ ਕਿਸੇ ਮਾਂ ਦਾ ਪੁੱਤ ਜ਼ਿੰਦਗੀ ਭਰ ਲਈ ਅਪਾਹਿਜ ਕਰਤਾ, ਆਪਣਾ ਨਿਕਲ ਗਿਆ। ਆਪਾਂ ਦੇਖਦੇ ਆ ਭਾਜੀ ਮੋਟਰਸਾਈਕਲਾਂ ਤੇ ਅੱਜ ਕੱਲ ਟਰੈਕਟਰ ਤੇ ਬੜੇ ਬੜੇ LED ਬਾਰਸ ਲਗਾ ਲੈਂਦੇ ਆ, ਉਹ ਬਿਲਕੁਲ ਸਾਨੂੰ ਅੰਨਾ ਕਰ ਦਿੰਦੇ ਮੋਟਰਸਾਈਕਲ ਵਾਲਿਆਂ ਨੂੰ। ਬਿਲਕੁਲ ਉਹਨਾਂ ਨੂੰ ਟਰੈਕਟਰਾਂ ਵਾਲਿਆਂ ਨੂੰ ਇਹ ਨਹੀਂ ਪਤਾ ਤੁਹਾਡੀ ਉਹ ਚਮਕਣੀ ਰੋਸ਼ਨੀ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਵਾਲੀ ਹੈ। ਜੀ ਜੀ ਜੀ। ਆਪਣੇ ਵੱਲੋਂ ਤਾਂ ਟੌਰ ਦੇ ਵਿੱਚ ਲਗਾ ਦਿੰਦੇ ਆ, ਬਿਲਕੁਲ ਉਹ ਕਿਸੇ ਦੀ ਜ਼ਿੰਦਗੀ ਪਰ ਜ਼ਿੰਦਗੀ ਖਰਾਬ ਕਰ ਦੇਗੀ ਜੀ। ਬਿਲਕੁਲ। ਕਾਸ਼ ਇਹ ਸਾਡੇ ਕੋਲ ਪਹਿਲਾਂ ਆ ਜਾਂਦਾ 3-4 ਸਾਲ ਪਹਿਲਾਂ ਭਾਜੀ, ਆਹੀ 40 ਲੱਖ ਰੁਪਏ ਬਚ ਜਾਂਦਾ। ਇਹੀ 40 ਲੱਖ ਰੁਪਏ ਨਾਲ ਇਹ ਆਪਣਾ ਕਾਰੋਬਾਰ ਕੋਈ ਬਿਜ਼ਨਸ ਸ਼ੁਰੂ ਕਰ ਲੈਂਦੇ, ਕਿੰਨਾ ਵਧੀਆ ਹੁੰਦਾ। ਜੀ ਜੀ ਜੀ। ਪਰ ਦੇਰ ਆਏ ਦੁਰਸਤ ਆਏ। ਹਾਂਜੀ ਹਾਂਜੀ ਹਾਂਜੀ। ਸੋ ਮੈਡਮ ਤੁਸੀਂ ਆਪਣਾ
ਮਤਲਬ ਆਪਣਾ ਕੀ ਪੂਰਾ ਨਾਮ ਕੀ ਹੈ? दीपिका ਦੀਪਿਕਾ। ਤੁਸੀਂ ਮਤਲਬ ਕਿਤੋਂ ਕੋਈ ਡਾਕਟਰ ਕਰਕੇ ਆਏ ਆ ਕਿਵੇਂ? बीएससी नर्सिंग की है ਬੀਐਸਸੀ ਨਰਸਿੰਗ, ਕੀ ਬਾਤ ਹੈ। ਕਿੱਥੋਂ ਕੀਤੀ? बीडी शर्मा यूनिवर्सिटी ਠੀਕ ਹੈ। ਤੇ ਵੈਸੇ ਕਿਹੜੀ ਸਟੇਟ ਤੋਂ ਬਿਲੋਂਗ ਕਰਦੇ? शिमला। ਸ਼ਿਮਲਾ ਤੋਂ ਬਿਲੋਂਗ ਕਰਦੇ। ਤੇ ਇੱਥੇ ਤੁਹਾਨੂੰ ਸੇਵਾ ਕਰਕੇ ਕਿਸ ਤਰ੍ਹਾਂ ਦਾ ਅਨੁਭਵ ਹੋ ਰਿਹਾ, ਕਿਸ ਤਰ੍ਹਾਂ ਮਹਿਸੂਸ ਕਰਦੇ ਫਿਰ? काफ़ी डिफरेंट है, ऐसा हॉस्पिटल में ऐसा एक्सपीरियंस नहीं मिलता है, हाँ तो अच्छा भी लग रहा है। हाँ। डिफरेंट भी है, हर चीज़ अलग है जी। तो मरीजों के साथ कैसे, मतलब मरीज ठीक हो करने में पूरा जुनून के साथ काम कर रहे हैं जी। है। ਹੋਰ ਵੀ ਇੱਥੇ ਜਿਹੜੇ ਇਸ ਤਰ੍ਹਾਂ ਦੇ ਮਰੀਜ਼ ਹੈਗੇ ਆ, ਦੇਖ ਰਹੇ ਆ ਕੋਈ ਮੁੱਦੇ ਪਏ ਆ, ਕਿਸੇ ਦੇ ਬੈੱਡ ਸੋਰ ਹੋਏ ਆ। ਹਾਂਜੀ, ਤੁਸੀਂ ਦੇਖੋ 22 ਸਾਲ ਦੇ ਬੱਚੇ ਸਮਾਜ 'ਚ ਕਿੰਨੇ ਜ਼ਿਆਦਾ ਭਟਕੇ ਹੋਏ ਆ। ਹਾਂਜੀ ਹੈਨਾ। ਹਾਂਜੀ। ਔਰ ਆਹ ਛੋਟਾ ਬੱਚਾ ਦੇਖੋ ਕੀ ਕਰ ਰਿਹਾ ਹੈ ਜੀ। ਜੇ ਤੁਸੀਂ ਜੇ ਤੁਹਾਡੇ ਸੁਰ ਤੇ ਪਛਾਣ ਪਾਣ ਤਾਂ ਕੋਵਿਡ ਦੀ ਜਦ ਸੈਕਿੰਡ ਵੇਵ ਆਈ ਸੀ, ਸਾਡੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਏ ਸੀਗੇ ਹਾਂਜੀ ਆਲ ਓਵਰ ਪੰਜਾਬ ਔਰ ਨਰੇ ਸਰਕਲ 'ਚ। ਅਸੀਂ ਕੋਵਿਡ ਕੇਅਰ ਸੈਂਟਰ ਸੈਕਟਰ 69 ਮੋਹਾਲੀ ਦੇ ਵਿੱਚ ਖੋਲ੍ਹਿਆ ਸੀਗਾ। ਓਕੇ, ਉਹ ਤੁਸੀਂ ਖੋਲ੍ਹਿਆ ਸੀ? ਹਾਂ, ਯੈਸ ਯੈਸ, ਹਾਂ ਬਿਲਕੁਲ ਬਿਲਕੁਲ ਯਾਦ ਹੈ ਮੇਰੇ। ਸਾਡੇ ਬਹੁਤ ਵੀਡੀਓ ਵਾਇਰਲ ਹੋਏ ਸੀ। ਇਸ ਭੈਣ ਨੇ ਉੱਥੇ ਕੋਵਿਡ ਮਰੀਜ਼ਾਂ ਦੀ ਬਹੁਤ ਵੱਧ ਚੜ ਕੇ ਸੇਵਾ ਕੀਤੀ ਹੈ। 15 ਘੰਟੇ 16 ਘੰਟੇ। ਜੀ ਜੀ ਜੀ। ਉਹ ਵੀ ਸੰਗਤ ਨੇ ਚਲਾਇਆ ਜੀ। ਜੀ। ਹੈਨਾ। ਜੋ ਬੜੇ ਬੜੇ ਤੁਸੀਂ ਉੱਥੇ ਆਕਸੀਮੀਟਰ ਵੀ ਵੰਡੇ ਸੀ ਮੇਰੇ ਖਿਆਲ ਹੈ। ਆਕਸੀਜਨ ਸਿਲੰਡਰਸ ਦਾ ਲੰਗਰ ਲੱਗ ਰਿਹਾ ਹੋਇਆ ਇਸ ਟਾਈਮ ਵੀ। ਗੱਡੀ ਅੱਜ ਤੁਹਾਡੇ ਆਉਣ ਤੋਂ ਪਹਿਲਾਂ ਫੁੱਲ ਕਰਾਉਣ ਜਾ ਰਹੇ ਹਾਂ ਆਕਸੀਜਨ ਸਿਲੰਡਰਾਂ ਦੀ, ਕਿਉਂਕਿ ਅਸੀਂ ਕੋਵਿਡ ਦੀ ਤਿਆਰੀ ਫੇਰ ਸ਼ੁਰੂ ਕਰਨ ਲੱਗੇ ਹਾਂ। ਕੀ ਬਾਤ ਹੈ। ਕੋਵਿਡ ਦੀ ਐਡਵਾਂਸ ਤਿਆਰੀ ਜਿਹੜੀ ਤੁਸੀਂ ਕਰ ਰਹੇ ਹੋ ਵੀ, ਤਾਂ ਕਿ ਕੋਈ ਮਤਲਬ ਕਿਸੇ ਬੰਦੇ ਦੀ ਵੀ ਇੱਦਾਂ ਜਾਨ ਨਾ ਜਾਵੇ। ਸਾਨੂੰ ਜਿੱਥੇ ਸੇਵਾ ਲੱਗਦੀ ਅਸੀਂ ਚੱਲ ਜਾਂਦੇ ਉੱਥੇ। ਹੈ ਨਾ। ਬੜਾ ਜਨੂਨ ਹੈ ਸਰ ਤੁਹਾਡੇ 'ਚ ਇਸ ਗੱਲ ਦਾ। ਨਹੀਂ, ਸੇਵਾ ਦਾ ਇਹ ਜਨੂਨ ਨਾਲ, ਪੈਸ਼ਨ ਨਾਲ ਹੋ ਸਕਦੀ ਹੈ ਸੇਵਾ ਨਾ। ਬਿਲਕੁਲ ਬਿਲਕੁਲ। ਪਰਮਾਤਮਾ ਦੀ ਬਹੁਤ ਮਿਹਰ ਹੈ। ਸਾਡੇ 15 ਸਾਲ ਤੋਂ ਲੈ ਕੇ 92 ਲੋਕ ਕਹਿੰਦੇ ਅਸੀਂ ਕਿਵੇਂ ਚਲਾਉਂਦੇ ਆ ਨਾ ਇਹ। ਅਸੀਂ ਅਲੱਗ-ਅਲੱਗ ਏਜ ਗਰੁੱਪ ਦੇ ਲੋਕ ਹੈ ਜੋ ਇਕੱਠੇ ਹੋ ਕੇ ਚਲਾਉਂਦੇ ਪਏ। 15 ਸਾਲ ਤੋਂ ਲੈ ਕੇ 92 ਸਾਲ ਤੱਕ ਦੇ ਲੋਕ ਅਸੀਂ ਆਪਸ ਵਿੱਚ ਜੁੜੇ ਹੋਏ ਹਾਂ। ਸਾਡੇ ਸਕੂਲ ਮੇਟਸ, ਸਾਡੇ ਕਾਲਜ ਮੇਟਸ, ਸਾਡੇ ਟੀਚਰ, ਸਾਡੇ ਪ੍ਰੋਫੈਸਰ, ਰਿਸ਼ਤੇਦਾਰ, ਸੇਮ ਸੋਚ ਵਾਲੇ ਇਨਸਾਨ ਅਸੀਂ ਇਕੱਠੇ ਹੋ ਕੇ ਚਲਾਉਂਦੇ ਹਾਂ ਜੀ। ਡਾਕਟਰ ਮਿਸਿਸ ਹੇਮ ਨਾਗਪਾਲ ਹੈ ਜੀ। ਮੈਂ ਵੀਆਰਐਸ ਲਈ 15 ਚ 15 ਆਪਣਾ 2015 ਜੀ। ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਸੰਸਥਾ ਨੂੰ, ਕਿ ਵੀ ਸੰਸਥਾ ਜਿਵੇਂ ਧਾਰਮਿਕ, ਜਿਵੇਂ ਲੋਕ ਧਾਰਮਿਕ ਸਥਾਨਾਂ ਨਾ ਧਾਰਮਿਕ, ਦਿਸ ਇਜ਼ ਅਬਵ ਦੈਨ ਧਰਮ। ਜੀ। ਅਬਵ ਦੈਨ ਧਰਮ। ਧਰਮ ਤਾਂ ਹੁਣ ਮੈਂ ਚਿੱਟੇ ਕੱਪੜੇ ਪਾ ਲਾਂ ਤਾਂ ਮੈਂ ਸੰਤਨੀ ਥੋੜੀ ਬਣ ਜਾਊਂਗੀ। ਜੇ ਮੈਂ ਲਾਲ ਪਾਏ ਹੋਏ ਆ ਤਾਂ ਮੈਂ ਤੁਹਾਨੂੰ ਕ੍ਰਿਸਤੀ ਲੱਗਦੀ ਹਾਂ ਜੀ। ਇੱਥੇ ਇਹੋ ਜਿਹਾ ਕੋਈ ਭੇਖ ਨਹੀਂ ਹੈ, ਨਾ ਧਰਮ ਦਾ, ਨਾ ਜਾਤ ਦਾ, ਨਾ ਵਰਣ ਦਾ, ਨਾ ਰੰਗ ਦਾ। ਜੀ। ਕੋਈ ਇੱਥੇ ਮੁਸਲਮਾਨ ਵੀ ਆ ਰਿਹਾ, ਇੱਥੇ ਵੈਸ਼ਯ ਵੀ ਆ ਰਿਹਾ, ਸ਼ੂਦਰ ਵੀ ਆ ਰਿਹਾ, ਬ੍ਰਾਹਮਣ ਵੀ ਆ ਰਿਹਾ। ਜੀ ਜੀ। ਦੇ ਆਰ ਇਕੁਅਲੀ ਟ੍ਰੀਟਡ, ਇਕੁਅਲੀ। ਸਭ ਨੂੰ ਖਾਣਾ ਜਿਸ ਤਰ੍ਹਾਂ ਦਾ ਖਾਣਾ ਬਣ ਰਿਹਾ ਹੈ, ਜੋ ਵੀ ਬਣ ਰਿਹਾ ਹੈ, ਉਹ ਸਭ ਨੂੰ ਇਕੁਅਲੀ ਦਿਆ ਜਾਂਦਾ ਹੈ। ਇਹ ਨਹੀਂ ਵੀ ਕੋਈ ਅਮੀਰ ਹੈ ਤਾਂ ਉਹਨੂੰ ਤੁਸੀਂ ਚੰਗਾ ਦੇ ਦਿਓ, ਔਰ ਕੋਈ ਬ੍ਰਾਹਮਣ ਹੈ ਤਾਂ ਉਹਨੂੰ ਅੱਛਾ ਖਾਣਾ ਦਿਓ, ਵੈਸ਼ਯ ਨੂੰ ਨਾ ਦਿਓ। ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੀ। ਮਤਲਬ ਇੱਕ ਓਰੀਜਨਲ ਇਹੋ ਜਿਹੀ ਸੰਸਥਾ ਹੈ ਕਿ ਜਿਹਦਾ ਆਧਾਰ ਵੀ ਸੱਚ ਹੈ, ਜਿਹਦਾ ਉਸਾਰ ਵੀ ਸੱਚ ਹੈ ਜੀ। ਟਰੂਥਫੁਲ, ਮਾਨਵਤਾ ਦੀ ਜਿਹੜੀ ਸਹੀ ਜਿਹੜੀ ਸਹੀ ਮਾਇਨੇ 'ਚ ਸੇਵਾ ਹੋਣੀ ਚਾਹੀਦੀ ਹੈ ਨਾ ਜੀ। ਮੀ ਐਂਡ ਯੂ ਆਲ ਸ਼ੁੱਡ ਡੂ ਜੀ। these people are doing। ਓਕੇ ਜੀ। ਇਹ ਹੈ। ਤੇ ਤੁਸੀਂ ਫਿਰ ਇੱਥੇ ਹੀ ਕਦੋਂ ਮਾਰਦੇ ਹੀ ਚੱਕਰ, ਕਦੋਂ? ਮੈਂ ਹੁਣ ਤਾਂ ਜੀ ਸਾਲ ਬਾਅਦ ਆਈ ਹਾਂ। ਮਤਲਬ ਆਈ ਸੀ ਮੈਂ ਜਦ ਆਈ ਅਮਰੀਕਾ ਤੋਂ ਜੀ, ਮੈਂ ਆਈ ਸੀ ਮਿਲਣ ਇਹਨੂੰ, ਫਿਰ ਮੈਂ ਫਸ ਗਈ, ਪਰ ਮੈਂ ਆਈ ਵਿਲ ਬੀ ਕਮਿੰਗ ਜੀ ਜੀ ਜਲਦੀ। ਮਤਲਬ ਇੱਕ ਅਲੱਗ ਸਕੂਨ ਮਿਲਦਾ ਤੁਹਾਨੂੰ ਫਿਰ ਆ ਕੇ? ਬਿਊਟੀਫੁਲ। ਮੈਂ ਰੋਜ਼ ਰਾਤ ਨੂੰ ਨਾ ਸੌਂਦੇ ਟਾਈਮ ਆਪਣੇ ਆਪ ਨੂੰ ਲਾਹਨਤ ਪਾਉਂਦੀ ਹਾਂ ਕਿ ਮੈਂ ਅੱਜ ਵੀ ਨਹੀਂ ਜਾ ਸਕੀ ਜੀ। ਮਤਲਬ ਇਸ ਤਰ੍ਹਾਂ ਦੀ ਇਹ ਸੰਸਥਾ ਹੈ ਜੀ। ਔਰ ਇੱਥੇ ਜਿਹੜੇ ਬੱਚੇ ਆ ਜਾਂਦੇ ਆ, ਠੀਕ ਹੋ ਜਾਂਦੇ ਆ, ਪਤਾ ਨਹੀਂ ਕਿੰਨੀਆਂ ਦੁਆਵਾਂ ਦਿੰਦੇ ਆ ਉਹ। ਔਰ ਤੁਸੀਂ ਕਿਸੇ ਨੂੰ ਵੀ ਇਹਨਾਂ ਦੀ ਗੈਰ ਹਾਜ਼ਰੀ 'ਚ ਪੁੱਛ ਲਓ ਆ ਕੇ ਹਾਂਜੀ ਵੀ ਤੁਹਾਡੇ ਨਾਲ ਕਿਹੋ ਜਿਹਾ ਟ੍ਰੀਟਮੈਂਟ ਹੋ ਰਿਹਾ ਹੈ ਹਾਂਜੀ, ਦੇ ਵਿਲ ਟੈਲ ਯੂ। ਦੇ ਹੈਵ ਨੋ ਕੰਪਲੇਂਟ, ਨੋ ਕੰਪਲੇਂਟ। ਨਹੀਂ, ਉਹ ਅਸੀਂ ਦੇਖਿਆ ਗੱਲ ਕਰਕੇ ਸਭ ਦੇ ਨਾਲ, ਠੀਕ ਹੈ ਨਾ। ਹਰ ਇੱਕ ਸਫਾਈ ਦੇ ਨਾਮ ਦੀ ਸਫਾਈ ਹੈ। ਐਵਰੀ ਸੈਟਰਡੇ ਸੰਡੇ ਆਪਣੇ ਕੀਰਤਨ ਹੁੰਦਾ ਸਵੇਰੇ, ਜਪਜੀ ਸਾਹਿਬ। ਅੱਛਾ, ਕੀਰਤਨ ਵੀ ਕਰਦੇ ਆ? ਹਾਂਜੀ ਹਾਂ, ਪ੍ਰੇਅਰ ਹੁੰਦੀ ਹੈ ਨਾ ਵਾਸਤੇ। ਦੇਖੋ ਅਲਟੀਮੇਟਲੀ ਤਾਂ ਪਰਮਾਤਮਾ ਨੇ ਆਰਾਮ ਕਰਨਾ। ਹਾਂਜੀ 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 ਹਾਂਜੀ। ਜੋ ਵੀ ਇਹ ਬੱਚੇ ਜਾਂ ਕੋਈ ਜਿਹੜਾ ਦੁੱਖ ਪਾ ਰਿਹਾ, ਉਹ ਤਾਂ ਹੈ ਤਾਂ ਕਾਰਮਿਕ ਹੈ ਨਾ। ਇਹ ਤਾਂ ਮੰਨੋਗੇ ਨਾ ਤੁਸੀਂ, ਗੀਤਾ ਵੀ ਇਹੀ ਕਹਿ ਰਹੀ, ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿ ਰਹੇ। ਬਿਲਕੁਲ ਸਰ। ਕਿ ਇਸ ਬੱਚੇ ਨੂੰ ਤਕਲੀਫ ਹੋ ਗਈ, ਐਕਸੀਡੈਂਟ ਹੋ ਗਿਆ, ਮੋਢਾ ਟੁੱਟ ਗਿਆ, ਕੁਝ ਵੀ ਹੋ ਗਿਆ, ਬੱਚਾ ਜਿਹੜਾ ਪੈਦਾ ਹੋਇਆ, ਪੈਦਾ ਹੁੰਦੇ ਹੀ
ਇਹ ਆਪਣਾ ਜਿਹੜਾ ਟੋਕਰਾ ਆਪਣੇ ਕਰਮਾਂ ਦਾ ਨਾਲ ਲੈ ਕੇ ਆਇਆ ਨਾ। ਹਾਂਜੀ 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 ਠੀਕ ਹੈ ਨਾ, ਉਹਦੇ ਵਿੱਚ ਉਹਦੇ ਮਾਂ-ਬਾਪ ਵੀ ਗਵਾਹ ਹੈ ਜੀ, ਕਿਉਂਕਿ ਹੁਣ ਦੇਖੋ ਬਾਪ ਵੀ ਚੁੱਕੀ ਫਿਰ ਰਿਹਾ, ਮਾਂ ਵੀ ਕਰ ਰਹੀ ਹੈ ਜੀ, ਠੀਕ ਹੈ ਨਾ। ਓ ਗॉड, ਇਹਦੇ ਬਾਰੇ ਤਾਂ ਕੁਝ ਕਿਹਾ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਨਾ ਬੰਦ ਕਿਤਾਬ ਹੈ ਜੀ। ਅਸੀਂ 4 ਦਿਨ ਦਾ ਖਾਇਆ ਪਹਿਲਾਂ ਭੁੱਲ ਜਾਂਦੇ ਆ, ਹਾਂਜੀ ਪਰ ਪ੍ਰਮਾਤਮਾ ਨਹੀਂ ਭੁੱਲਦਾ। ਜੀ ਜੀ, ਬਿਲਕੁਲ ਬਿਲਕੁਲ ਠੀਕ ਹੈ ਨਾ, ਉਹਦੇ ਵਿਧਾਨ 'ਚ ਕੋਈ ਭੁੱਲ ਹੁੰਦੀ ਨਹੀਂ, ਬਿਲਕੁਲ ਵੀ ਕਿਤੇ ਭੁੱਲ ਨਹੀਂ ਹੁੰਦੀ ਜੀ। ਤੇ ਇਸ ਕਰਕੇ ਜੋ ਵੀ ਇਹਨਾਂ ਨੇ ਕਰਿਆ, ਇਹਨਾਂ ਨੂੰ ਮਿਲ ਰਿਹਾ, ਪਰ ਇਹਨਾਂ ਨੇ ਚੰਗੇ ਕਰਮ ਵੀ ਕਰਿਆ ਕਿ ਇੱਥੇ ਆ ਗਏ। ਹਾਂਜੀ, ਦੇ ਵਿਲ ਬੀ ਟ੍ਰੀਟਡ, ਬਿਲਕੁਲ ਦੇ ਆਰ ਟ੍ਰੀਟਡ ਲਾਈਕ ਹਿਊਮਨ ਬੀਇੰਗਸ। ਮਤਲਬ ਜਿਵੇਂ ਘਰਾਂ ਦੇ ਵਿੱਚ ਮੈਂਬਰ ਘਰ ਦੇ ਨਹੀਂ ਆਪਣੇ ਮਰੀਜ਼ ਨੂੰ ਸਾਂਭਦੇ ਤੇ ਸਾਂਭ ਨਹੀਂ ਪਾਉਂਦੇ, ਮਤਲਬ ਇਹੋ ਜਿਹੇ ਆਉਂਦੇ ਆ ਜੀ ਜਿਹੜੇ 4-4 ਮਹੀਨੇ ਤੇ ਨਹਾਏ ਨਹੀਂ ਹੁੰਦੇ, ਜੂਆਂ ਗਿਰ ਰਹੀਆਂ ਹੁੰਦੀਆਂ ਜੀ, ਬਦਬੂ ਆ ਰਹੀ ਹੁੰਦੀ ਹੈ, ਉਹਨਾਂ ਦੀ ਦਾ ਕੇਅਰ, ਪਾਖਾਨਾ ਸਾਫ਼ ਕਰਨਾ, ਉਹਨਾਂ ਦਾ ਪਿਸ਼ਾਬ ਚੁੱਕਣਾ, ਨਵਾਉਣਾ ਜੀ, ਕਿੰਨਾ ਮੁਸ਼ਕਲ ਹੈ। ਕਿੰਨੇ ਲੋਕ ਤਾਂ ਆਪਣੇ ਮਰ ਵੀ ਚੁੱਕੇ ਆ ਕੇ ਇੱਥੇ। ਕਈਆਂ ਬਹੁਤ ਲੇਟ ਆਉਂਦੇ, ਕੁਝ ਬਹੁਤ ਲੇਟ ਜਿਹੜੇ ਲੇਟ ਆ ਗਿਆ, ਮਤਲਬ ਉਹਨੂੰ ਲੇਟ ਆਇਆ ਤਾਂ ਫਿਰ ਬਹੁਤ ਡੈਥ ਹੋ ਜਾਂਦੀ ਹੈ। ਅਸੀਂ ਆਪਣੇ ਵੱਲੋਂ ਪੂਰਾ ਸੰਭਾਲ ਕਰਦੇ ਹਾਂ ਜੀ, ਪਰ ਰੱਬ ਦੇ ਤਾਂ ਅੱਗੇ ਕੋਈ ਹਾਂ, ਉਹਦੇ ਅੱਗੇ ਕੋਈ ਜ਼ੋਰ ਨਹੀਂ ਹੈ। ਕੁਛ ਏਜ ਹੁੰਦੀ ਹੈ, ਕੁਛ ਜ਼ਖਮ ਇੰਨੇ ਹੋ ਗਏ, ਕੀੜੇ, ਮੈਨੂੰ ਵੀਡੀਓ ਤੁਸੀਂ ਦੇਖਿਓ ਪੁਰਾਣੀਆਂ, ਕੀੜੇ ਇੰਜ ਪੁਰਲ ਜਿਵੇਂ ਕੁੱਤੇ ਦੇ ਨਹੀਂ ਕੀੜੇ ਪੈ ਜਾਂਦੇ, ਹਾਂਜੀ ਹਾਂਜੀ, ਚਿੱਟੇ ਕੀੜੇ, ਹਾਂਜੀ, ਉਹਦੇ ਆਪਾਂ ਦਵਾਈ ਜੀ ਪਾਉਂਦੇ ਆ, ਫਿਰ ਉਹ ਨਿਕਲ ਜਾਂਦੇ ਆ। ਇਸ ਤਰ੍ਹਾਂ ਬੰਦਿਆਂ ਦੇ ਕੀੜੇ ਪਏ। ਤੁਸੀਂ ਵੀਡੀਓਜ਼ ਦੇਖੋ ਨਾ YouTube ਤੇ ਜਾ ਕੇ, ਯੂ ਵਿਲ ਫਾਈਂਡ ਐਵਰੀਥਿੰਗ। ਜੀ 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 ਭਾਜੀ, ਕਹਿਣਾ ਸ਼ਬਦਾਂ 'ਚ ਬੜਾ ਸੌਖਾ ਹੈ। ਹਾਂਜੀ, 6 ਸਾਲ ਘਰ 'ਚ ਬੰਦ ਸੀ, 6 ਸਾਲ ਨਾਲ ਅੰਨੀ ਮਾਂ ਪਈ ਹੈ। ਬੇਟੇ ਦਾ ਇਹ ਹਾਲਤ ਕੁੜੀ ਆਈ ਸੀ ਇੱਥੇ ਜਿਹੜੀ ਉੱਪਰੋਂ 18 ਸਾਲ ਇੱਕ ਕਮਰੇ 'ਚ ਹੀ ਬੰਦ ਰਹੀ। ਅੱਛਾ ਜੀ, ਉੱਪਰੋਂ ਪਾਣੀ ਚੋ ਰਿਹਾ ਤੇ ਉਹ ਠੀਕ ਹੋ ਗਈ ਚਲੀ ਗਈ। ਉਹ ਕਿਆ ਨਾਮ ਸੀ, 18 ਲਿਲੀ ਮਾਂ ਸਾਲ ਉੜੀਸਾ ਗਈ ਹਾਂ, ਉੜੀਸਾ ਚਲੀ ਗਈ। ਅੱਛਾ ਜੀ। ਉਹ ਕਹਿੰਦੀ ਮੈਂ ਕਦੇ ਸੂਰਜ ਹੀ ਨਹੀਂ ਸੀ ਦੇਖਿਆ ਵੀ ਸੂਰਜ ਚੜ੍ਹਦਾ ਕਿੱਥੋਂ ਹੈ ਤੇ ਕਿੱਥੇ। ਤੇ ਫਿਰ ਇੱਥੋਂ ਠੀਕ ਹੋ ਕੇ ਗਈ ਦੁਬਾਰਾ? ਹਾਂ ਬਿਲਕੁਲ ਠੀਕ। ਉੜੀਸਾ ਤੋਂ ਆਏ ਸੀ। ਔਰ ਫਿਰ ਠੀਕ ਹੋ ਕੇ ਨਹੀਂ, ਅਸੀਂ ਜਦੋਂ ਠੀਕ ਹੋ ਜਾਂਦੇ ਅਸੀਂ ਉਹਨਾਂ ਨੂੰ ਇਹ ਵੀ ਪ੍ਰੋਵਾਈਡ ਕਰਦੇ ਹਾਂ ਵੀ ਤੁਸੀਂ ਆਪਣਾ ਕੰਮਕਾਰ ਕਰ ਲਓ। 20-50 ਹਜ਼ਾਰ ਰੁਪਇਆ ਦੇ ਕੇ ਕੋਈ ਛੋਟੀ ਜਿਹੀ ਦੁਕਾਨ ਖੋਲ ਲਈ, ਕੋਈ ਛੋਟੀਆਂ ਚੀਜ਼ਾਂ ਨਹੀਂ ਹੁੰਦੀਆਂ ਘਰ ਦੀਆਂ। ਜੀ ਜੀ ਜੀ, ਸਮਾਜ ਨਾਲ ਟੁੱਟੇ ਹੋਏ ਹਾਂ ਤੇ ਥੋੜਾ ਜਿਹਾ। ਸਾਹਿਬ ਜ਼ਿਲ੍ਹੇ 'ਚ 2 ਪੇਸ਼ੈਂਟ ਨੇ, ਉਹ ਠੀਕ ਹੋ ਕੇ ਗਏ, ਉਹਨਾਂ ਨੂੰ ਮੋਬਾਈਲ ਸ਼ਾਪਸ ਖੋਲ ਕੇ ਦਿੱਤੀ, ਉਹ ਦੋਨਾਂ ਨੂੰ ਕੰਮ ਆਉਂਦਾ ਸੀਗਾ। ਤੇ ਇਹਦੇ ਵਾਸਤੇ ਮੈਮ ਕੋਈ ਸਰਕਾਰ ਨਹੀਂ ਕੋਈ ਹੈਲਪ ਕਰਦੀ, ਕੋਈ ਜਾਂ ਸਰਕਾਰਾਂ ਇੰਨੀਆਂ ਸੁਥਰੀਆਂ ਹੁਣ ਫਿਰ ਤਾਂ ਸਾਡੇ ਸਰਵ ਹਿਊਮੈਨਿਟੀ ਬੰਦ ਹੋ ਜਾਏ ਫਿਰ ਤਾਂ ਲੋੜ ਹੀ ਨਹੀਂ ਹੈ। ਸਹੀ ਹੈ। ਸਰਵ ਹਿਊਮੈਨਿਟੀ ਪੈਦਾ ਹੀ ਇਸ ਕਰਕੇ ਹੋਇਆ ਕਿ ਸਰਕਾਰ ਕੁਝ ਨਹੀਂ ਕਰ ਰਹੀ। ਬਿਲਕੁਲ ਠੀਕ ਹੈ ਨਾ, ਬਿਲਕੁਲ। ਇਹ ਤਾਂ ਅਸੀਂ ਤੁਸੀਂ ਜਾਗਾਂਗੇ ਜਦ ਵੀ ਜਾਗਾਂਗੇ ਜੀ, ਵੀ ਵਿਲ ਡੂ, ਇਨਸਾਨ ਨੂੰ ਵੀ ਆਰ ਡੂਇੰਗ। ਬਿਲਕੁਲ ਠੀਕ ਹੈ ਨਾ, ਆਦਮੀ ਦੇ ਅੰਦਰ ਆਦਮੀ ਦਾ ਦਰਦ ਪੈਦਾ ਹੋ ਜਾਏ ਨਾ ਤਾਂ ਸਮਝੋ ਅੰਦਰ ਰੱਬ ਪੈਦਾ ਹੋ ਗਿਆ। 2015 ਦੇ ਵਿੱਚ ਸਫ਼ਰ 'ਚ ਚੱਲਣਾ ਸ਼ੁਰੂ ਕੀਤਾ ਸੀ। ਉਸ ਟਾਈਮ ਅਸੀਂ ਦੇਖਦੇ ਸੀ ਹਰੇਕ, ਚਾਹੇ ਐਜੂਕੇਸ਼ਨ ਸਿਸਟਮ ਹੈ, ਚਾਹੇ ਮੈਡੀਕਲ ਸਿਸਟਮ ਹੈ, ਚਾਹੇ ਘਰ ਬਣਾਉਣ ਦਾ ਸਿਸਟਮ ਹੈ, ਸਰਕਾਰੀ ਸਕੀਮਾਂ ਕਿਵੇਂ ਗਰਾਊਂਡ ਰਿਐਲਿਟੀ 'ਚ ਕਿਵੇਂ ਬਰਬਾਦ ਹੋ ਰੱਖੀਆਂ ਸੀ, ਆਪਣੀ ਅੱਖਾਂ ਤੋਂ ਬਾਰ-ਬਾਰ ਐਕਸਪੀਰੀਅੰਸ ਕਰਦੇ ਸੀਗੇ ਜੀ। ਪਹਿਲਾਂ ਕੋਸਦੇ ਸੀ, ਫਿਰ ਕੋਸਦੇ ਥੱਕ ਗਏ, ਕੋਸਣਾ ਵੀ ਬੰਦ ਕਰਤਾ। ਹੁਣ ਅਸੀਂ ਆਪਣੇ ਕਰਮ ਕਰਦੇ ਹਾਂ, ਬਸ ਸਰਕਾਰਾਂ ਵੱਲ ਤਾਂ ਅਸੀਂ ਦੇਖਦੇ ਨਹੀਂ ਹੈਗੇ। ਇੱਕ ਬੰਦਾ ਉਹਦੀ ਡੈਥ ਹੋ ਚੁੱਕੀ ਹੈ, ਜਿਹੜਾ ਫਤਿਹਗੜ੍ਹ ਸਾਹਿਬ ਗੁਰਦੁਆਰੇ 'ਚ ਉਹ ਸੀਗਾ, ਪਾਠੀ ਸੀਗਾ। ਅੱਛਾ, ਉਹ ਕੋਈ ਐਕਸੀਡੈਂਟ ਹੋ ਗਿਆ, ਉਹਦਾ ਕਿੰਨਾ ਬੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ, ਕਿੰਨਾ ਰੋਜ਼ ਚੜਾਵਾ ਚੜਦਾ, ਔਰ ਇੱਕ ਬੰਦੇ ਨੂੰ ਖਾਣ ਨੂੰ ਕਿੰਨਾ ਕੁ ਚਾਹੀਦਾ। 1000 2000 10000 ਖਾ ਲਓਗੇ ਨਾ, ਉਹਦਾ ਕਿਸੇ ਨੇ ਇਲਾਜ ਕਰਾਇਆ। ਫਿਰ ਅਸੀਂ ਉਹਦਾ ਘਰ ਵੀ ਬਣਾਇਆ। ਉਹ ਵਿਚਾਰੇ ਦੀ ਡੈਥ ਹੋ ਗਈ ਟਾਈਮ ਨਾਲ। ਉਹਦੀ ਵਾਈਫ ਨੂੰ ਅਜੇ ਤੱਕ ਵੀ ਰਾਸ਼ਨ ਦੇ ਰਹੇ ਹਾਂ, ਉਹਦੇ ਬੱਚਿਆਂ ਨੂੰ ਵੀ ਪੜ੍ਹਾ ਰਹੇ ਹਾਂ ਅਸੀਂ। ਜੱਲਾ ਪਿੰਡ ਹੈ ਜੀ, ਕੀ ਬਾਤ ਉੱਥੇ ਉਹਦਾ ਘਰ ਦੇ ਬਹੁਤ। ਔਰ ਇਹ ਕਹਾਣੀ ਸਿਰਫ ਇੱਕ ਕਿਸਾਨ ਦੇ ਆਤਮ ਹੱਤਿਆ ਕਰਨ ਨਾਲ ਸ਼ੁਰੂ ਹੋਈ ਸੀ। ਹੀ ਜਸਟ ਰੈਡ ਦੀ ਨਿਊਜ਼ ਔਰ ਇਹ ਭੱਜਿਆ ਗਿਆ ਉੱਥੇ। ਪੈਦਾ ਹੋਣਾ ਸੀ ਨਾ, ਹਰ ਚੀਜ਼ ਕੋਈ ਨਾ ਕੋਈ ਕਾਰਨ ਬਣਦਾ, ਨਿਮਿਤ ਬਣਦਾ ਹੈ ਨਾ। ਪਰਮਾਤਮਾ ਨੇ ਇਹਨੂੰ, ਇਹ ਮੁੰਡਾ ਇਸ ਉਮਰ 'ਚ ਲੋਕ ਕਮਾਉਂਦੇ ਆ, ਖਾਂਦੇ ਆ, ਬੱਚੇ ਪੈਦਾ ਕਰਦੇ ਆ, ਘਰ ਬਣਾਉਂਦੇ, ਬੜਾ ਆਲੀਸ਼ਾਨ, ਬੜੀਆਂ ਗੱਡੀਆਂ 'ਚ ਘੁੰਮਦੇ ਆ, ਔਰ ਇਹ ਬਿਲਕੁਲ ਸਾਧੂਆਂ ਦੀ ਤਰ੍ਹਾਂ ਜੀਵਨ। ਤੇ ਸ਼ੁਰੂ ਕਿਵੇਂ ਕੀਤਾ ਭਾਜੀ ਫਿਰ ਤੁਸੀਂ, ਜਿਹੜਾ ਇਹ ਤੁਹਾਨੂੰ ਕਿੱਥੋਂ, ਜਿਵੇਂ ਮੈਡਮ ਨੇ ਦੱਸਿਆ, ਚਲੋ ਇਹ ਸਾਡੇ ਇੱਕ ਟਰਸਟੀ ਮੈਂਬਰ ਹੈ, ਉਹਨਾਂ ਦੀ ਦਾਦੀ ਜੀ ਸੀਗੇ। ਅੱਛਾ ਜੀ। ਉਹ ਸ਼ੀ ਵਾਸ ਔਨ ਡੈਥ ਬੈੱਡ, ਕਾਫੀ ਦਿਨਾਂ ਤੋਂ ਬਿਮਾਰ ਸੀ। ਉਹ ਕਹਿੰਦੀ ਵੀ ਚਲ ਮੇਰਾ ਗੰਤੀ ਸੁਧਰ ਜਾਊਗਾ। ਇਹ ਜਿਹੜਾ ਘਰ ਹੈ ਉਹਨਾਂ ਨੇ ਡੋਨੇਟ ਕਰਤਾ। ਅੱਛਾ ਜੀ। ਇੱਕ ਹੋਰ ਘਰ ਹੈ, ਉਹ ਵੀ ਕਿਸੇ ਨੇ ਇਸ ਤਰ੍ਹਾਂ ਹੀ ਸੇਵਾ ਦੇਖ ਕੇ ਨਾ, ਇਹਨਾਂ ਦਾ ਆਚਰਣ ਦੇਖ ਕੇ, ਹਾਂਜੀ, ਆਚਰਣ ਦੇਖ ਕੇ, ਇਹਨਾਂ ਦੀ ਜਿਹੜੀ ਕੰਮ ਹੈ ਨਾ, ਜਿਹੜੀ ਸੇਵਾ ਹੈ ਨਾ, ਭਾਵ ਦੇਖ ਕੇ ਵੀ ਇਹ ਬੱਚੇ ਤਾਂ ਆਪਣੇ ਵਾਸਤੇ ਕੁਝ ਵੀ ਨਹੀਂ ਕਰ ਰਹੇ, ਉਸ ਤੋਂ ਇੱਕ ਖੋਟਾ ਪੈਸਾ ਵੀ ਨਹੀਂ ਲੈਂਦੇ ਜੀ। ਆਪਣਾ ਪੈਟਰੋਲ ਗੱਡੀਆਂ ਦਾ ਆਪਣੇ ਕੋਲੋਂ ਖਰਚਦੇ ਆ, ਆਪਣਾ ਸਾਰਾ ਟਾਈਮ ਲਗਾਉਣਾ। ਇਹਨਾਂ ਦੀ ਆਪਣੀ ਮਾਂ ਬਿਮਾਰ ਹੈ ਜੀ। ਕਿੰਨਾ ਸਾਲ ਹੋ ਗਿਆ? 9.5 ਸਾਲ ਹੋ ਗਏ ਜੀ। ਉਹ ਵੀ ਇਸ ਤਰ੍ਹਾਂ ਡਾਕਟਰ ਨੇ ਗਲਤ ਇੰਜੈਕਸ਼ਨ ਲਾਤਾ ਸੀ, ਉਹ
ਨੀਚੇ ਸਾਰਾ ਨੀਚੇ ਤੋਂ ਬੈੱਡ ਸੋਰ ਹੋ ਗਏ, ਡੈੱਡ ਹੋ ਗਈ ਜਗ੍ਹਾ ਜੀ। ਤੇ ਚਲੋ ਚਾਹੇ ਉਹਨਾਂ ਕਾਰਨ ਹੋਇਆ, ਕੋਈ ਵੀ ਕਾਰਨ ਹੋਇਆ, ਪਰ ਪ੍ਰਮਾਤਮਾ ਨੇ ਇਸ ਬੱਚੇ ਤੋਂ ਸੇਵਾ ਲੈਣੀ ਸੀ ਜੀ। ਉਹ ਸਾਰੇ ਮਤਲਬ ਇੱਕ ਚੇਨ ਬਣਦੀ ਗਈ ਜੀ। ਔਰ ਪ੍ਰਮਾਤਮਾ ਨੇ ਇਹਨਾਂ ਬੱਚਿਆਂ ਦੀ ਸੇਵਾ ਕਰਾਣੀ ਸੀ, ਇਹਨਾਂ ਨੂੰ ਠੀਕ ਕਰਨਾ ਹੈ, ਜੋ ਵੀ ਇਹਨਾਂ ਦੇ ਨਾਲ ਹੋਣਾ ਹੈ ਉਹ ਸਾਰਾ ਸਬਬ ਬਣ ਗਿਆ। ਜੀ 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 ਤੇ ਸੰਸਥਾ ਦੇ ਬਸ ਜਿਹੜਾ ਬੇਸ ਹੈ ਉਹ ਸੱਚ ਹੀ ਹੈ ਜੀ। ਸੱਚੋਂ ਉਰੇ ਸੱਚ ਕੋ, ਸੱਚ ਉੱਪਰ ਸੱਚ ਹੈ, ਚਾਰ ਆਚਰਣ ਵੀ ਇਹਨਾਂ ਦਾ ਸੱਚਾ ਹੈ ਔਰ ਬੇਸ ਵੀ ਸੱਚਾ ਹੈ। ਬਿਊਟੀਫੁਲ, ਦੇ ਆਰ ਡੂਇੰਗ ਬਿਊਟੀਫੁਲ। ਖਰਾਬ ਹੋ ਗਏ ਜੀ। ਜੇ ਇਹਨੂੰ ਜਾਣਕਾਰੀ ਹੁੰਦੀ ਤੇ AFO ਬੰਦੇ, ਪਲਾਸਟਿਕ ਦਾ ਜੁੱਤਾ ਬੰਦਾ, ਇਹ ਪੈਰ ਬਚ ਜਾਂਦੇ, ਬਸ ਜਾਣਕਾਰੀ ਨਹੀਂ ਹੈ ਜੀ। ਇਹ ਹੁਣ ਤਾਂ ਲੱਤਾਂ ਵੀ ਨਹੀਂ ਫੁੱਲ ਹੋ ਰਹੀਆਂ, ਇੱਥੇ ਤਾਂ ਮੰਨ ਲਓ ਇੰਨੀਆਂ ਹੋ ਗਈਆਂ ਆ ਦੇਖ ਲਓ, ਆ ਹੁਣ ਆ ਜ਼ਿੰਦਗੀ ਭਰ ਲਈ ਖਰਾਬ, ਇਹਦਾ ਲੈਵਲ ਥੱਲੇ ਹੈ। ਇਹ ਬੰਦਾ ਚੱਲ ਸਕਦਾ ਸੀ ਵੋਕਰ ਨਾਲ, ਲੇਕਿਨ ਪੈਰ ਹੀ ਖਰਾਬ ਹੋ ਗਿਆ। ਤੇ ਪ੍ਰੋਬਲਮ ਕੀ ਆਈ, ਕਿਸ ਤਰ੍ਹਾਂ? ਮੈਂ ਜਾਮਨ ਦੇ ਪੇਟ ਤੋਂ ਡਿੱਗੇ ਸੀ। ਜਾਮਣ ਦੇ ਪੇਟ ਤੋਂ ਡਿੱਗੇ ਸੀ। ਜਾਣਕਾਰੀ ਦਾ ਅਭਾਵ। ਕਿੱਥੋਂ ਦੇ ਰਹਿਣ ਵਾਲੇ? ਜ਼ਿਲ੍ਹਾ ਫਾਜ਼ਿਲਕਾ। ਜ਼ਿਲ੍ਹਾ ਫਾਜ਼ਿਲਕਾ, ਪਿੰਡ ਨੂਰਸ਼ਾਹ। ਓਕੇ। ਉਹੀ ਪ੍ਰੋਬਲਮ ਭਾਜੀ, ਹੁਣ ਆਣ ਜੋਗੇ ਵੀ ਪੈਸੇ ਨਹੀਂ ਹੈ, ਫਿਰ ਜਾ ਕੇ ਲੈ ਕੇ ਕੰਮ ਕਰ ਕੀ ਕਰਦੇ ਸੀਗੇ? ਬਸ ਮਜ਼ਦੂਰੀ ਸੀ, ਖੇਤਾਂ ਵਿੱਚ ਕੰਮ ਕਰ ਲੈਣਾ ਜਾਂ ਸ਼ਹਿਰਾਂ ਦੇ ਵਿੱਚ ਕੰਮ ਕਰ ਲੈਣਾ। ਫਿਰ ਹੁਣ ਪਿੱਛੋਂ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ? ਬਸ ਛੋਟਾ ਵੀਰਾ ਮੰਮੀ ਨੂੰ ਸੰਭਾਲ ਰਿਹਾ, ਉਹ ਵੀ ਮੰਜੇ ਤੇ ਪਿਆ, ਅੱਖਾਂ ਤੋਂ ਨਹੀਂ ਆ, ਮੈਂਟਲੀ ਮੇਰੇ ਕੀ ਦੌਰਾ ਪੈ ਜਾਂਦਾ ਜੀ। ਭਾਜੀ ਵੋਟ ਬੈਂਕ ਨਹੀਂ ਹੈ ਨਾ, ਇਸ ਲਈ ਸਰਕਾਰ ਕੋਈ ਪਾਲਿਸੀ ਨਹੀਂ ਬਣਾਉਂਦੀ। ਤੁਸੀਂ ਮੰਨੋਗੇ ਭਾਜੀ, ਇਹੀ ਸੱਟ ਜੇ ਵੈਸਟਰਨ ਕੰਟਰੀ 'ਚ ਲੱਗੇ ਨਾ, ਬੰਦਾ ਅਮੀਰ ਹੋ ਜਾਂਦਾ, ਬੰਦਾ ਅਮੀਰ ਹੋ ਜਾਂਦਾ। ਸਹੀ ਗੱਲ ਹੈ ਕਿ ਸਰਕਾਰ ਇੰਨੀ ਫੈਸਿਲਿਟੀਆਂ ਦਿੰਦੀ, ਤੁਸੀਂ ਅਮੀਰ ਹੋ ਜਾਂਦੇ ਜੇ ਸੱਟ ਵੱਜ ਜੇ। ਹਾਂਜੀ। ਇੱਥੇ ਪੁੱਛ ਕੋਈ ਨਹੀਂ ਜੀ। ਜਦੋਂ ਬਾਰਿਸ਼ ਪੈਂਦੀ ਸੀ ਨਾ, ਉੱਪਰੋਂ ਛੱਤ ਚੋਂਦੀ ਸੀ ਤੇ ਮੇਰਾ ਨਾਲ ਮੰਜਾ ਸੀ ਬਿਲਕੁਲ, ਤੇ ਉੱਪਰੋਂ ਛੱਤ ਦੇ ਸਾਰੇ ਜ਼ਖਮ ਭਿੱਜ ਜਾਂਦੇ ਸੀ, ਖਰਾਬ ਹੋ ਜਾਂਦੇ ਸੀ, ਮੁਸ਼ਕ ਮਾਰਨ ਲੱਗ ਜਾਂਦੇ ਸੀ। ਛੱਤ ਚੋਂਦੀ ਸੀਗੀ? ਛੱਤ ਚੋਂਦੀ ਸੀ ਭਾਜੀ, ਕਿੰਨਾ ਭਿਆਨਕ ਨਜ਼ਾਰਾ ਹੋਏਗਾ, ਸੋਚ ਰਿਹਾ। ਮੇਰੇ ਕੋਲ ਵੀਡੀਓ ਵੀ ਹੈ ਜਿਹੜੇ ਮੇਰੇ ਮੋਬਾਈਲ ਦੇ ਵਿੱਚ ਹੀ ਆ, ਛੋਟੇ ਜਿਹੇ। ਭਾਜੀ ਆਸਾਮ ਤੋਂ ਹੈ ਹਰੀ ਸ਼ੰਕਰ, ਹੈ ਨਾ, ਸੀ ਲੈਵਲ ਹੈ ਭਾਜੀ, ਹੱਥ ਨਹੀਂ ਚੱਲ ਰਿਹਾ ਜੀ। ਨੋ ਪਲੇਸ ਟੂ ਗੋ, ਕਿੱਧਰ ਜਾਏਗਾ ਉਹ, ਕੋਈ ਜਗ੍ਹਾ ਨਹੀਂ ਜਾਣ ਨੂੰ। ਆਸਾਮ ਤੋਂ ਹੈ, ਮਾਤਾ ਪਿਤਾ ਭੈਣ ਭਰਾ ਨਹੀਂ ਹੈ, ਸੀ ਲੈਵਲ ਦਾ ਪੇਸ਼ੈਂਟ ਹੋ ਗਿਆ। ਕਿੰਨਾ ਕੁ ਇਲਾਜ ਹੋਇਆ ਤੁਹਾਡਾ? ਵੈਲਡਿੰਗ ਤਾਂ ਉਹ ਦੂਜਾ ਹੁੰਦਾ, ਮੰਨ ਲਓ 6 ਸਾਲ ਇਲਾਜ ਕਿਤੇ ਵੀ ਨਹੀਂ ਹੋਇਆ ਕਿਤੇ ਵੀ। ਮੰਨ ਲਓ ਡਾਕਟਰ ਕਹਿ ਦਿੰਦੇ ਸੀ ਚੱਲ ਨਹੀਂ ਪਾਏਗਾ, ਆਪਰੇਸ਼ਨ ਲਈ ਬੋਲਦੇ ਸੀ, ਆਪਰੇਸ਼ਨ ਲਈ ਪੈਸੇ ਨਹੀਂ ਸੀ, 4-5 ਲੱਖ ਰੁਪਏ ਮੰਗਦੇ ਸੀ। ਸਾਨੂੰ ਲੱਗਦਾ ਵੀ ਸਾਨੂੰ ਉਹਨੇ ਹੈਂਡੀਕੈਪ ਕਰਤਾ, ਫਿਰ ਮੈਂ ਕਰਵਾਇਆ। ਮੈਂ ਇਹ ਜਿਹਾ ਸਿੱਖ ਪਹਿਲਾਂ ਕੇ ਗੰਗਾਨਗਰ ਗਏ ਸੀ, ਉੱਥੇ 3-4 ਲੱਖ ਮੰਗਿਆ, ਤੇ ਉਸ ਤੋਂ ਬਾਅਦ ਇੱਥੇ ਚੰਡੀਗੜ੍ਹ ਆਏ ਸੀ PGI, ਇੱਥੇ ਵੀ ਇਹਨਾਂ ਕਿਹਾ ਵੀ 3-4 ਲੱਖ ਰੁਪਏ ਲੱਗੇਗਾ, ਤੂੰ ਚੱਲ ਨਹੀਂ ਸਕਦਾ, ਆਪਰੇਸ਼ਨ ਕਰ ਦਿਆਂਗੇ। ਤੇ ਫਿਰ ਮੈਂ ਸੋਚਿਆ ਵੀ ਇੰਨੇ ਪੈਸੇ ਵੀ ਹੈਗੇ ਨਹੀਂ, ਫਿਰ ਮੇਰੇ ਡੈਡੀ ਹੋਰੀ ਕਹਿੰਦੇ ਵੀ ਤੂੰ ਘਰੇ ਆ ਜਾ ਜੀ। ਫਿਰ ਅਸੀਂ ਘਰੇ ਚਲੇ ਗਏ, ਘਰੇ ਜਾਣਕਾਰੀ ਨਹੀਂ ਸੀ ਕੁਛ, ਤੇ ਬੈਡ ਸੂਲ ਤੇ ਪੈ ਗਿਆ 3 ਮਹੀਨੇ ਮੈਂ ਸਿੱਧਾ ਪਿਆ ਬਿਲਕੁਲ ਬੈੱਡ ਤੇ। ਭਾਜੀ ਦੇਖੋ, ਹੁਣ ਇਹ ਪੇਸ਼ੈਂਟ ਇਹਨੇ ਕਿਹਾ 3-4 ਲੱਖ ਰੁਪਏ PGI 'ਚ ਵਾਲਿਆਂ ਨੇ ਕਿਹਾ ਨਾ, ਹੁਣ ਡਾਕਟਰਸ ਦੇ ਉੱਪਰ ਪ੍ਰੈਸ਼ਰ ਕਿੰਨਾ ਹੁੰਦਾ ਹੈ ਕਿ 2200 ਪੇਸ਼ੈਂਟ ਇੱਕ ਡਾਕਟਰ ਦੇਖ ਰਿਹਾ। PGI ਦੇ ਡਾਕਟਰਸ ਦੇ ਉੱਪਰ ਇੰਨਾ ਜ਼ਿਆਦਾ ਪ੍ਰੈਸ਼ਰ ਹੈ, ਉਹਨਾਂ ਨੇ ਪੜ੍ਹਨਾ ਵੀ ਹੈ, ਸੋਣਾ ਵੀ ਹੈ ਨਾ, ਤੇ ਆਪਰੇਸ਼ਨ ਤਾਂ ਇਹਦਾ ਲੱਖ ਰੁਪਏ ਦੇ ਆਸ-ਪਾਸ ਸੀਗਾ, ਪਰ ਉਹ ਜਲਦਬਾਜ਼ੀ, ਪ੍ਰੈਸ਼ਰ ਹੀ ਬਹੁਤ ਹੈ, ਤਰ੍ਹਾਂ ਦੇ ਪੇਸ਼ੈਂਟ ਆ ਰਹੇ, ਉਹ ਵੀ ਰੱਬ ਨਹੀਂ ਹੈ ਭਾਜੀ, ਹੈ ਨਾ, ਉਹਨਾਂ ਤੋਂ ਵੀ ਜ਼ੁਬਾਨ ਸਲਿੱਪ ਹੋ ਜਾਂਦੀ। ਉਹਨਾਂ ਨੇ ਕਹਿਤਾ ਇਹਦਾ ਲੈਵਲ ਬੜਾ ਥੱਲੇ ਭਾਜੀ, ਇਹ ਚੱਲ ਸਕਦਾ ਸੀਗਾ ਜੀ, ਹੈ ਨਾ। ਹੁਣ ਇਹ ਰੀਸੈਂਟਲੀ ਇੱਕ ਨੀਤੀ ਆਯੋਗ ਦਾ ਡੇਟਾ ਆਇਆ, ਉਹਨਾਂ ਨੇ ਕਿਹਾ ਕਿ PGI ਵਰਗੇ 3000 PGI ਦੀ ਲੋੜ ਹੈ ਇੰਡੀਆ ਦੇ ਵਿੱਚ, ਆਪਣੇ ਕੋਲ ਹੈ ਕਿੰਨੇ 7